ਅੱਜ ਦਾ ਉਹਨਾਂ ਦਾ ਜਿਹੜਾ ਕੰਸਰਨ ਹੈ, ਟੌਪਿਕ ਹੈ ਜੀ, ਉਹ ਹੈਗਾ ਜੀ ਪੂਰਬਲੇ ਕਰਮਾਂ ਦੇ ਉੱਤੇ। ਤੇ ਡਾਕਟਰ ਸਾਹਿਬ ਨੂੰ ਬੇਨਤੀ ਹੈ ਜੀ, ਪਲੀਜ਼ ਗੋ ਹੈਡ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਗੁਰਮੁਖੋ, ਇਹ ਜਿਹੜਾ ਟੌਪਿਕ ਹੈ ਪੂਰਬਲੇ ਕਰਮਾਂ ਦਾ, ਇਹ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ, ਜਿੱਦਾਂ ਕੋਈ ਬੱਚਾ ਕੋਈ ਡਿਫੈਕਟਡ ਪੈਦਾ ਹੋਇਆ ਜਾਂ ਕੋਈ ਵੈਸੇ ਘਰ ਦੀ ਪ੍ਰੋਬਲਮ ਹੋਈ, ਬਿਮਾਰੀਆਂ ਲੱਗੀਆਂ, ਇਹ ਆਮ ਕਹਿਣ ਨੂੰ ਮਿਲਦਾ ਹੈ ਕਿ ਪੁਰਾਣੇ ਜਨਮਾਂ ਦੇ ਕਰਮ ਉਹਦੇ ਫਲ ਭੋਗ ਰਹੇ ਨੇ। ਇਸ ਚੀਜ਼ ਨੂੰ ਇਹ ਦੇਖਣਾ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ, ਕਿਉਂਕਿ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਹੈ, ਉਹ ਜਿੰਨੇ ਵੀ ਧਰਮ ਨੇ ਉਹਨਾਂ ਸਾਰੇ ਧਰਮਾਂ ਤੋਂ ਅਲੱਗ ਹੈ। ਜਿੱਦਾਂ ਪਹਿਲਾਂ ਆਪਾਂ ਥੋੜੇ ਜਿਹਾ ਟਾਈਮ ਇਸੇ ਉੱਪਰ ਲਗਾਵਾਂਗੇ ਇਹਨੂੰ ਦੇਖਣ ਵਾਸਤੇ ਕਿ ਬਾਬਾ ਜੀ ਦੀ ਫਿਲਾਸਫੀ ਤੋਂ ਕਿੱਦਾਂ ਅਲੱਗ। ਬਾਕੀ ਧਰਮਾਂ ਦੇ ਵਿੱਚ ਇਹ ਹੈ ਕਿ ਰੱਬ ਜਿਹੜਾ ਵਾ ਕਿਤੇ ਅਸਮਾਨ ਤੇ ਰਹਿੰਦਾ ਆ, ਕੋਈ ਕਹਿੰਦਾ 7ਵੇਂ ਅਸਮਾਨ ਤੇ, ਕੋਈ 9ਵੇਂ ਅਸਮਾਨ ਤੇ ਉਹਦਾ ਬੜਾ ਵੱਡਾ ਸਟਾਫ ਹੈ, ਜਮਦੂਤ ਨੇ, ਐਂਜਲਸ ਨੇ, ਤੇ ਕਈ ਛੋਟੇ ਛੋਟੇ ਹੋਰ ਵੀ ਰੱਬ ਨੇ ਜਿਹਨੂੰ ਉਹਨੇ ਆਪਣਾ ਕੰਮ ਸੌਂਪਿਆ ਹੋਇਆ ਵਾ ਅਲੱਗ-ਅਲੱਗ ਤਰੀਕੇ ਦੇ। ਬਾਬਾ ਨਾਨਕ ਦੀ ਫਿਲਾਸਫੀ ਕੀ ਹੈ? ਅੰਕ 982 ਉੱਪਰ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਵਿਸਤਾਰੇ। ਜਿਹੜੀ ਬਾਣੀ ਹੈ ਉਹੀ ਗੁਰੂ ਹੈ ਔਰ ਗੁਰੂ ਹੀ ਬਾਣੀ ਹੈ। ਤੇ ਤੀਜੇ ਪਾਤਸ਼ਾਹ ਨੇ 515 ਅੰਕ ਉੱਪਰ ਅੱਗੇ ਇਹਨੂੰ ਤੋੜ ਦਿੱਤਾ, ਕਹਿੰਦੇ ਨੇ ਕਿ ਵਾਹ ਵਾਹ, ਬਾਣੀ ਨਿਰੰਕਾਰ ਹੈ, ਇਸੇ ਜੀਵਨ ਵਰਨਾ ਕੋਈ। ਉਹਨਾਂ ਨੇ ਬਾਣੀ ਨੂੰ ਨਿਰੰਕਾਰ ਰੱਬ ਦਾ ਦਰਜਾ ਦੇ ਦਿੱਤਾ। ਹੁਣ ਦੇਖਣਾ ਇਹ ਹੈ ਕਿ ਜਿਹੜੀ ਬਾਣੀ ਗੁਰੂ ਹੈ, ਜਿਹੜੀ ਬਾਣੀ ਨਿਰੰਕਾਰ ਹੈ, ਉਹ ਕੀ ਕਰਨ ਯੋਗ ਹੈਗੀ ਹੈ। 293 ਅੰਕ ਉੱਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਅੰਜਨ ਗੁਰ ਦੀਆ, ਗੁਰੂ ਨੇ ਗਿਆਨ ਸਾਨੂੰ ਦਿੱਤਾ ਹੈ। ਇਹ ਜਿਹੜਾ ਗਿਆਨ ਵਾ, ਇਹ ਸਾਨੂੰ ਕਿਸ ਤਰੀਕੇ ਦੇ ਨਾਲ ਰੱਬ ਦੇ ਨਾਲ ਬਣਾਉਂਦਾ ਹੈ, ਇਹ ਚੀਜ਼ ਦੇਖਣ ਵਾਲੀ ਹੈ। ਗਿਆਨ ਅੰਜਨ, ਜਿਹੜਾ ਅੰਜਨ ਹੈ ਇਹ ਸੁਰਮਾ ਹੈ ਅੱਖਾਂ ਦੇ ਵਿੱਚ ਦੇਣ ਦੇ ਵਾਸਤੇ, ਜਿਹਦੇ ਨਾਲ ਕਹਿੰਦੇ ਨੇ ਕਿ ਸੋਹਣਾ ਦਿਖਦਾ ਆ। ਗੁਰੂ ਨੇ ਸਾਨੂੰ ਐਸਾ ਗਿਆਨ ਦੇਣਾ ਆ ਜਿਸ ਗਿਆਨ ਦੇ ਨਾਲ ਜਿਹੜੇ ਸਾਡੀਆਂ ਮਨ ਦੀਆਂ ਅੱਖਾਂ ਨੇ ਉਹ ਹਨੇਰੇ ਤੋਂ ਦੂਰ ਹੋ ਜਾਣਗੀਆਂ, ਅਗਿਆਨਤਾ ਦੇ ਹਨੇਰੇ ਤੋਂ। ਅਗਿਆਨਤਾ ਖਤਮ ਹੋ ਜਾਏਗੀ, ਅਗਿਆਨਤਾ ਸਾਡੇ ਵਿੱਚ ਨਹੀਂ ਰਹੇਗੀ। ਉਹਦੇ ਵਿੱਚੋਂ ਇੱਕ ਐਸੀ ਜੋਤ ਨਿਕਲਣੀ ਹੈ, ਐਸਾ ਸੁਰਮਾ ਨਿਕਲਣਾ ਹੈ ਜਿਹੜੇ ਸਾਨੂੰ ਅਗਿਆਨਤਾ ਨੂੰ ਦੂਰ ਕਰਨਾ ਹੈ। ਹੁਣ ਮੈਂ ਇਹਦੇ ਪਰ ਦੁਬਾਰਾ ਇਸ ਚੀਜ਼ ਪਰ ਦੁਬਾਰਾ ਫਿਰ ਆ ਜਾਣਾ ਹੈ ਕਿ ਇਹਦਾ ਜਿਹੜਾ ਜੋਤ ਹੈ ਗਿਆਨ ਦੀ, ਇਸ ਜੋਤ ਨੇ ਕੈਂਸਰ ਠੀਕ ਨਹੀਂ ਕਰਨੇ। ਇਸ ਜੋਤ ਨੇ ਅੰਨੇ ਨੂੰ ਅੱਖਾਂ ਨਹੀਂ ਦੇਣੀਆਂ। ਇਸ ਜੋਤ ਨੇ ਕੋਈ ਪੈਂਡੇਮਿਕ ਨੂੰ ਠੀਕ ਨਹੀਂ ਕਰ ਦੇਣਾ। ਇਸ ਜੋਤ ਨੇ ਸਿਰਫ ਗਿਆਨ ਦੇਣਾ ਆ ਕਿ ਇਹ ਜੋ ਕੁਝ ਵੀ ਚੱਲ ਰਿਹਾ ਵਾ, ਇਹ ਸਭ ਕੁਝ ਉਹਦੇ ਹੁਕਮ ਦੇ ਵਿੱਚ ਵਾ, ਔਰ ਸਾਨੂੰ ਇਸ ਨੂੰ ਕਿਸ ਤਰੀਕੇ ਨਾਲ ਨਜਿੱਠਣਾ ਆ ਔਰ ਕਿਸ ਤਰੀਕੇ ਨਾਲ ਸਹਿਣਾ ਆ, ਉਹਦੇ ਸਾਨੂੰ ਉਹਨੇ ਗਿਆਨ ਦੇਣਾ ਆ। ਹੁਣ ਦੂਜੇ ਧਰਮਾਂ ਦੇ ਵਿੱਚ ਹੈ ਕਿ ਰੱਬ ਕਿਤੇ ਉੱਪਰ ਵਸਦਾ ਆ, ਪਰ ਗੁਰਬਾਣੀ ਕਹਿੰਦੀ ਹੈ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕੇ ਹੋ ਪੁਕਾਰ। ਇਹ ਹਰ ਘਟ ਘਟ ਦੇ ਵਿੱਚ, ਹਰ
in each and every molecule the God resides. ਹੁਣ ਬਾਕੀ ਦੇ ਧਰਮਾਂ ਦੇ ਵਿੱਚ ਇਹ ਹੈ ਕਿ ਜਿਹੜਾ ਇਹ ਰੱਬ ਵਾ ਇਹ ਪਨਿਸ਼ਮੈਂਟ ਦੇਣ ਵਾਲਾ ਰੱਬ ਹੈ ਕਿ ਜੇ ਚੰਗੇ ਕੰਮ ਕਰੋਗੇ ਤੇ ਸਵਰਗ ਮਿਲੇਗਾ, ਗਲਤ ਕੰਮ ਕਰੋਗੇ ਤੇ ਨਰਕ ਮਿਲੇਗਾ। ਉਹ ਜਿਹੜੀ ਮੁਕਤੀ ਹੈ ਰੱਬ ਨੂੰ ਮਿਲਣਾ ਆ ਉਹ ਮਰਨ ਦੇ ਬਾਅਦ ਜਜਮੈਂਟ ਦੇ ਟਾਈਮ ਦੇ ਉੱਪਰ ਹੋਏਗੀ। ਹੁਣ ਬਾਬੇ ਨਾਨਕ ਦੀ ਜਿਹੜੀ ਫਿਲਾਸਫੀ ਹੈ ਉਹ ਇਸ ਤੋਂ ਅਲੱਗ ਹੈ। ਪੰਜਵੇਂ ਪਾਤਸ਼ਾਹ 784 ਅੰਗ ਉੱਪਰ ਬਖਸ਼ਿਸ਼ ਕਰ ਰਹੇ ਨੇ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੇ ਬੋਰਾ ਹੋ ਸਮਰਥ ਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲਣਾ ਜਾਣੇ ਪੂਰਨ ਭਗਵਾਨ ਨੇ ਔਗਣ ਕੋਰਾ ਚਿਤਾਰੇ, ਉਹ ਔਗਣ ਚਿਤਾਰਦਾ ਹੀ ਨਹੀਂ। ਉਹ ਮਿੱਠ ਬੋਲੜਾ ਆ ਪਤਿਤ ਪਾਵਨ ਹਰ ਬਿਰਦੇ ਸਦਾਏ, ਇੱਕ ਤਿਲ ਨਹੀਂ ਪੰਨੇ ਕਾਲੇ। ਉਹਦਾ ਪਤਿਤਾਂ ਨੂੰ ਵੀ ਪਾਵਨ ਕਰਨ ਵਾਲਾ ਹੈ ਤੇ ਉਹਨੇ ਕਿਸੇ ਨੂੰ ਨਰਕ ਚ ਕਿੱਦਾਂ ਭੇਜਣਾ। ਘੱਟ ਘੱਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ, ਜਿੱਥੇ ਕਹਿੰਦੇ ਨੇ ਕਿ ਸਤਿਮੇ ਸਵਾਨ ਤੇ ਰਹਿੰਦੇ ਨੇ, ਇੱਥੇ ਗੁਰੂ ਸਾਹਿਬ ਨੇ ਕਹਿੰਦਾ ਕਿ ਉਹ ਨੇੜੇ ਤੋਂ ਹੀ ਨੇੜਾ ਆ। ਘੱਟ ਘੱਟ ਹਰ ਮੋਲੀਕੂਲ ਦੇ ਵਿੱਚ ਹਰ ਜਗ੍ਹਾ ਤੇ ਵਸ ਰਿਹਾ। ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ। ਜਿਹੜਾ ਅੰਮ੍ਰਿਤ ਸੱਜਣ ਵਾ ਉਹ ਕਿਸੇ ਨੂੰ ਨਰਕ ਚ ਕਿਉਂ ਭੇਜੇਗਾ। ਹੁਣ ਇਹ ਪਤਿਤਾਂ ਨੂੰ ਕਿੱਦਾਂ ਪਾਵਨ ਕਰਦਾ ਆ ਕਿ ਜਿਹੜਾ ਰੱਬ ਵਾ ਉਹ ਗੁਣ ਨੇ ਜਿਹੜੇ ਹਰੇਕ ਦੇ ਵਿੱਚ ਵਸਦੇ ਨੇ। ਘੱਟ ਘੱਟ ਮੇ ਹਰਜੂ ਵਸੇ, ਉਹਦੇ ਜਿਹੜੇ ਘੱਟ ਘੱਟ ਦੇ ਵਿੱਚ ਆ ਉਹਦੇ ਜਿਹੜੇ ਗੁਣ ਨੇ ਉਹ ਹਰ ਦੇ ਵਿੱਚ ਵਸ ਰਹੇ ਨੇ। ਅਸੀਂ ਉਹ ਗੁਣ ਆਪਣੇ ਆਪ 'ਚ ਪ੍ਰਗਟ ਕਰਨੇ ਨੇ। ਜੇ ਅਸੀਂ ਗੁਰੂ ਦੀ ਸ਼ਰਨ ਆ ਕੇ ਗੁਰੂ ਦੇ ਕੋਲੋਂ ਇਹ ਸਿੱਖਿਆ ਲੈ ਕੇ, ਸਪਿਰਿਚੁਅਲ ਨੌਲੇਜ ਲੈ ਕੇ, ਸਪਿਰਿਚੁਅਲ ਵਿਜ਼ਡਮ ਲੈ ਕੇ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰ ਲਾਂਗੇ ਤੇ ਅਸੀਂ ਪਤਿਤ ਤੋਂ ਪਾਵਨ ਹੋ ਗਏ ਤੇ ਸਾਡੇ ਵਾਸਤੇ ਸਵਰਗ ਇੱਥੇ ਜੇ ਬਣ ਗਿਆ। ਹੁਣ 969 ਅੰਕ ਉੱਪਰ ਭਗਤ ਕਬੀਰ ਦਾ ਸ਼ਬਦ ਹੈ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ, ਹਮ ਕਹੋਂ ਕੇ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਭਗਤ ਕਬੀਰ ਨੇ ਇੱਥੇ ਸਾਫ਼ ਹੀ ਕਹਿ ਦਿੱਤਾ। ਪੰਜਵੇਂ ਪਾਤਸ਼ਾਹ ਨੇ 749 ਅੰਕ ਉੱਪਰ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾ। ਉੱਥੇ ਬੈਕੁੰਠ ਹੈ, ਉੱਥੇ ਹੀ ਸਵਰਗ ਵਾ ਜਿੱਥੇ ਤੇਰਾ ਕੀਰਤਨ ਹੋ ਰਿਹਾ ਵਾ। ਇੱਥੇ ਗੁਰੂ ਸਾਹਿਬਾਨ ਨੇ ਕੀਰਤਨ ਇਹ ਨਹੀਂ ਕਿਹਾ ਕਿ ਜਿਹੜਾ ਹਾਰਮੋਨੀਅਮ ਤੇ ਤਬਲੇ ਦੇ ਨਾਲ ਕੀਤਾ ਜਾਂਦਾ ਆ। ਆਪਾਂ ਅਗਲੀ ਵਾਰ ਇਹਦੇ ਉੱਪਰ ਵੀ ਵਿਚਾਰ ਕਰਾਂਗੇ ਕਿ ਗੁਰੂ ਸਾਹਿਬਾਨ ਨੇ ਕੀਰਤਨ ਦੇ ਬਾਰੇ ਕੀ ਕਿਹਾ ਵਾ ਗੁਰਬਾਣੀ ਦੇ ਵਿੱਚ। ਇੱਥੇ ਦਾ ਕੀਰਤਨ ਦਾ ਮਤਲਬ ਹੈ ਕਿ ਜਿੱਥੇ ਉਹਦੀ ਕੀਰਤ ਗਾਈ ਜਾ ਰਹੀ ਹੋਵੇ, ਜਿੱਥੇ ਉਹਦੇ ਕੀਰਤ ਬਾਰੇ ਗੱਲ ਕੀਤੀ ਜਾ ਰਹੀ ਹੋਵੇ। ਜਿੱਦਾਂ ਅਸੀਂ ਇੱਥੇ ਬੈਠੇ ਗੱਲ ਕਰ ਰਹੇ ਹਾਂ ਔਰ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ 'ਚ ਲੋਕੀ ਬੈਠੇ ਸੁਣ ਰਹੇ ਨੇ ਤੇ ਹਰ ਜਗ੍ਹਾ ਦੇ ਵਿੱਚ ਉੱਥੇ ਬੈਕੁੰਠ ਬਣ ਗਿਆ ਵਾ ਜਿੱਥੇ ਇਹ ਗੱਲ ਸੁਣੀ ਜਾ ਰਹੀ ਹੈ, ਡਿਸਕਸ ਕੀਤੀ ਜਾ ਰਹੀ ਹੈ, ਮਨ 'ਚ ਬੈਠ ਰਹੀ ਹੈ। ਇਹ ਕਿਤੇ ਨਰਕ ਸਵਰਗ ਕਿਤੇ ਬਾਹਰ ਨਹੀਂ ਹੋ। ਬਾਕੀ ਧਰਮਾਂ ਦੇ ਵਿੱਚ ਹੈ ਕਿ ਮੁਕਤੀ ਜਿਹੜੀ ਆ ਉਹ ਮਰਨ ਦੇ ਬਾਅਦ ਮਿਲਦੀ ਹੈ। 278 अंक पर अष्टपदी है, जिसके अंतर राज अभिमान सो नरक पाती होवत सुवान। जी मेरे अंदर इस वक्त राज का अभिमान वा कि मैं एडा वड्डा आ, मैं बड़ा वड्डा डॉक्टर वा, मेरे को वड्डे वड्डिया क्लीनिक्स ने, मेरे को वड्डे वड्डे घर ने, वड्डे वड्डे मेरे को महल ने, कारां ने, तो मैं इस वेले उस अभिमान के कारण सुवान की तरह एक नरक च पिया होया। जो जाने मैं जोबनवंत, जिन्हों अपने जोबन के ऊपर बड़ा अभिमान है, सो होवत विष्टा का जंत। इस वक्त आपस को कर्मवंत कहावे, मैं बड़े रिचुअल करता है, मैं बड़ा धर्मी हाँ। जन्म मरै बहु जोन परमावे, ओह अध्यात्मक मौते इस वक्त मरिया होया वा और मरी जाएगा और मरी जाएगा। धन भूम कर जो करे गुमान, सो मूर्ख अंधा अज्ञान। जरा अपने वैल्थ के बारे, अपने मकाना के बारे, घरों के बारे
ਅਭਿਮਾਨ ਕਰਦਾ ਵਾ ਉਹ ਮੂਰਖ ਹੈ ਇਸ ਵਕਤ, ਅੰਧਾ ਆ, ਅਗਿਆਨ ਹੈ, ਇਸ ਵਕਤ ਦੀ ਗੱਲ ਹੋ ਰਹੀ ਹੈ। ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੇ, ਨਾਨਕ ਇਹਾ ਮੁਕਤ, ਹੁਣ ਮੁਕਤ ਇਸ ਵਕਤ ਜੋ ਤੁਸੀਂ ਗੱਲ ਕਰ ਰਹੇ ਹਾਂ, ਆਗੇ ਸੁਖ ਪਾਵੇ। ਅਗਲਾ ਜਿਹੜਾ ਮੇਰਾ ਟਾਈਮ ਹੋਵੇਗਾ ਉਹ ਫਿਰ ਸੁਖ ਚ ਬੀਤੇਗਾ, ਜਦ ਮੈਂ ਨਿਮਰਤਾ ਚ ਰਵਾਂਗਾ, ਗਰੀਬੀ ਦੇ ਵਿੱਚ ਰਵਾਂਗਾ। ਹੁਣ ਇੱਥੇ ਗੱਲ ਕਲੀਅਰ ਕਰ ਦਿੱਤੀ ਆ ਗੁਰੂ ਸਾਹਿਬਾਨ ਨੇ ਕਿ ਜਿਹੜਾ ਆਗੇ ਸੁਖ ਜਾਂ ਪਿਛਲੇ ਕਰਮ ਇਸ ਵਕਤ ਦੇ ਨੇ, ਹੁਣ ਦੇ। ਬਾਕੀ ਧਰਮਾਂ ਦੇ ਵਿੱਚ ਹੈ ਕਿ ਰੀ ਇਨਕਾਰਨੇਸ਼ਨ ਹੁੰਦੀ ਹੈ, ਰੀਬਰਥ ਹੁੰਦਾ ਆ, ਬੰਦਾ ਮਰਦਾ ਆ ਫਿਰ ਦੁਬਾਰਾ ਪੈਦਾ ਹੁੰਦਾ ਆ, ਜਾਂ ਜੋਨਾਂ ਦੇ ਵਿੱਚ ਜਾਂਦਾ ਆ। ਪੰਜਵੇਂ ਪਾਤਸ਼ਾਹ ਨੇ 131 ਅੰਕ ਉੱਪਰ ਬੜਾ ਕਲੀਅਰ ਕਰ ਦਿੱਤਾ ਹੈ ਕਿ ਸਗਲੀ ਬਣਤ ਬਣਾਈ ਆਪੇ, ਉਸ ਰੱਬ ਨੇ, ਉਸ एनर्जी ਨੇ ਸਾਰੀ ਬਣਤ ਬਣਾਈ ਹੈ, ਆਪੇ ਕਰੇ ਕਰਾਏ ਥਾਪੇ, ਸਭ ਕੁਝ ਉਹਦਾ ਥਾਪਿਆ ਹੋਇਆ ਵਾ। ਇਕਸ ਤੇ ਹੋਇਓ ਅਨੰਤਾ, ਉਸ ਇੱਕ ਤੋਂ। ਹੁਣ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇੱਥੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਕਸ ਤੇ ਹੋਇਓ 84 ਲੱਖ, ਇੱਥੇ ਉਹਨਾਂ ਨੇ ਕਿਹਾ ਕਿ ਇਕਸ ਤੇ ਹੋਇਓ ਅਨੰਤਾ, ਜਿਹਨਾਂ ਦਾ ਕੋਈ ਪਾਰ ਹੀ ਨਹੀਂ ਪਾਇਆ ਜਾ ਸਕਦਾ। ਕਿਉਂਕਿ 84 ਲੱਖ ਤੋਂ ਉਹਨਾਂ ਨੇ ਉਸ ਦਾ ਇਸਤੇਮਾਲ ਕੀਤਾ ਵੀ ਕਿਉਂਕਿ ਇਹ ਪ੍ਰਚਲਿਤ ਸੀ ਉੱਥੇ, ਪਰ ਜਦੋਂ ਗੁਰੂ ਨੇ ਆਪਣੀ ਗੱਲ ਕੀਤੀ ਹੈ ਉੱਥੇ ਅਨੰਤਾ। ਨਾਨਕ ਇੱਕ ਸਮਾਏ ਸਮਾਏ ਜੀ, ਜਿਹੜੀ ਸਾਰਾ ਕੁਝ ਬਣਿਆ ਵਾ ਰੱਬ ਨੇ ਬਣਾਇਆ ਵਾ, ਔਰ ਉਹਦੇ ਬਾਅਦ ਉਸ ਇੱਕ ਦੇ ਵਿੱਚ ਹੀ ਸਾਰੇ ਨੇ ਸਮਾ ਜਾਣਾ ਆ। ਜਦੋਂ ਇੱਕ ਦੇ ਵਿੱਚ ਸਾਰੇ ਨੇ ਸਮਾ ਜਾਣਾ ਆ ਤੇ ਰੀਬਰਥ ਦੀ ਤਾਂ ਗੱਲ ਹੀ ਖਤਮ ਹੋ ਗਈ। ਪਹਿਲੇ ਪਾਤਸ਼ਾਹ ਫਿਰ ਅਗੇਨ ਮਾਰੂ ਮੱਲਾ ਪਹਿਲਾ 1037 ਅੰਕ ਉੱਪਰ ਹੈ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ, ਆਪੇ ਕੁਦਰਤ ਕਰ ਕਰ ਦੇਖੇ, ਸੁਨੋ ਸੁਨ ਉਪਾਏ। ਸਾਰੀ ਕੁਦਰਤ ਉਹਨੇ, ਸਭ ਕੁਝ ਉਹਨੇ ਸੁਨ ਤੋਂ, ਪ੍ਰਾਈਮਲ ਵਰਡ ਤੋਂ ਸਜਾਈ ਹੈ। ਪੌਣ ਪਾਣੀ ਸੁਣਨੇ ਤੇ ਸਾਜੇ, ਹਵਾ ਪਾਣੀ ਸਭ ਕੁਝ ਉਸ ਪ੍ਰਾਈਮਲ ਵਰਡ ਸੁਨ ਤੋਂ ਪੈਦਾ ਹੋਏ ਨੇ। ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ, ਇਹ ਜਿਹੜੀ ਕਾਇਆ ਵਾ ਸਾਡੀ, ਇਹ ਜਿਹੜੀ ਸ੍ਰਿਸ਼ਟੀ ਆ, ਸਭ ਕੁਝ ਉਹ ਸੁਨ ਤੋਂ, ਪ੍ਰਾਈਮਲ ਵਰਡ ਤੋਂ ਪੈਦਾ ਹੋਈ ਹੈ। ਅਗਨ ਪਾਣੀ ਜੋ ਜੋਤ ਤੁਮਾਰੀ, ਸੁਨਨੇ ਕਲਾ ਰਹਾਏਗਾ, ਸੁਨੋ ਖਾਣੀ ਸੁਨੋ ਬਾਣੀ, ਸਭ ਕੁਝ ਸੁਨ ਤੋਂ ਪੈਦਾ ਹੋਇਆ। ਸੁਨੋ ਉਪਜੀ ਤੇ ਸੁਨ ਸਮਾਣੀ, ਸੁਨ ਤੋਂ ਪੈਦਾ ਹੋਈ ਹੈ ਔਰ ਸੁਨ ਦੇ ਵਿੱਚ ਹੀ, ਪ੍ਰਾਈਮਲ ਵਰਡ ਦੇ ਵਿੱਚ ਹੀ ਸਮਾ ਜਾਣੀ ਹੈ। ਤੇ ਜਿਹੜੀ ਚੀਜ਼ ਸੁਨ ਸਮਾ ਜਾਣੀ ਹੈ ਉਹਨੇ ਤਾਂ ਫਿਰ ਵਾਪਸ ਨਹੀਂ ਨਾ ਆਉਣਾ। ਉਹ ਤਾਂ ਪੁੱਜ ਚਲਤ ਕੀ ਆਸ਼ਰ ਕਰਤਾ ਹੈ विस्माद शब्द दिखाएगा। 1487 अंकों पर 9वें पातशाह, पांच तत्व को तन रचियो, जानो चतुर सुजान, यह ते उपजो नानका लीन ताहि मैं मान। पंज तत्तां ने भी उस च लीन हो जाना है ते जिहड़ी उस पंज तत्व दे विच जोत वा ਉਹਨੇ भी उस विच ही लीन हो जाना है। 885 अंक पर पवने में पवन समाया, जो बंदा मरता है पवने में पवन समाया, ज्योति में ज्योत रजाया। जिहड़ी जोत सी वो जोत च रल गई, हवा हवा दे विच रल गई, माटी माटी हुई एक। ये पंज तत्त दा शरीर है वो पंज तत्त विच चला गया। रोवन हारे की कवन टेक, जिहदे बारे च रोने पिया उसे तो कोई टेक ही नहीं। फिर पूछते ने कौन मोरे कौन हुआ, मरिया मरिया कौन हुआ, क्योंकि पंज तत्त मिल गया, जोत जोत विच रल गई। फिर कहते हैं कि ब्रह्म ज्ञानी मिल करो विचारा, ये तो चलत पिया रहाओ। इत्थे ब्रह्म ज्ञानी क्या वा, वैसे तो ब्रह्म ज्ञानी जिहड़ा वा रब दे वास्ते आया वा, गुरुआं दे वास्ते आया वा, पर अजकल भी और उस वक्त भी बड़े साध आड़े हुंदे सीगे जिहड़े अपने आप नूं ब्रह्म ज्ञानी महापुरख अखवाया करते सीगे। ये उन्हां नूं कहा वा कि वो जे तुसीं अपने आप नूं ब्रह्म ज्ञानी कह रहे हो, वो ब्रह्म ज्ञानी हो, विचार करो इस चीज़ के बारे।
ਜਿਹੜਾ ਤੁਸੀਂ ਆਪਣਾ ਬ੍ਰਹਮ ਗਿਆਨੀ ਕਹਿ ਰਹੇ ਹੋ। ਫਿਰ ਉਹ ਦੱਸਦੇ ਨੇ ਗੁਰੂ ਸਾਹਿਬ ਆਪਣੀ ਕਿ ਅਗਲੀ ਕਿਛ ਖਬਰ ਨਾ ਪਾਈ, ਕਿਸੇ ਨੂੰ ਨਹੀਂ ਪਤਾ ਖਬਰ ਵੀ ਅੱਗੇ ਜਾ ਕੇ ਕੀ ਹੋਣਾ ਆ। ਰੋਵਨ ਹਾਰੇ ਵੀ ਉੱਠ ਸਹਾਈ, ਜਿਹੜੇ ਰੋ ਰਹੇ ਨੇ, ਜਿਹੜਾ ਬੰਦਾ ਮਰਿਆ ਵਾ ਉਹਨਾਂ ਨੇ ਵੀ ਚਲੇ ਜਾਣਾ ਆ, ਪਰ ਉਹਨਾਂ ਨੇ ਕਿੱਥੇ ਜਾਣਾ ਵਾ ਉਹ ਵੀ ਨਹੀਂ ਪਤਾ। ਭਰਮ ਮੋਹ ਕੇ ਬਾਂਧੇ ਬੰਦ, ਸੁਪਨ ਭਇਆ ਪਖਲਾਏ ਅੰਧ, ਇਹ ਤਾਂ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਜੋ ਵੀ ਆਇਆ ਹੈ, ਜੋ ਵੀ ਗਿਆ ਵਾ ਉਹਦੇ ਹੁਕਮ ਦੇ ਵਿੱਚ ਹੈ। ਨਾ ਕੋ ਮੂਆ ਨਾ ਮਰਨੇ ਜੋਗ, ਨਾ ਕਿ ਮਰਿਆ ਵਾ ਉਹ ਨਾ ਕਿ ਮਰਨ ਯੋਗ ਹੈਗਾ ਆ, ਪਰ ਜੋ ਆਇਆ ਵਾ ਉਹਨੇ ਜਾਣਾ ਆ। ਪਰ ਨਾ ਕੋਈ ਮਰਿਆ ਵਾ ਨਾ ਕੋਈ ਮਰਨ ਯੋਗ ਹੈ। ਨਹਿ ਵਿਨਾਸ਼ ਤੇ ਬਿਨਸੇ ਅਬਿਨਾਸ਼ੀ ਹੋਗ, ਜੋ ਇਹ ਜਾਣੇ ਸੋ ਇਹ ਨਾਹੀਂ। ਤੁਸੀਂ ਜਾਣਦੇ ਪਏ ਕਿ ਮੈਂ ਕਾਲਾ ਸਿੰਘ ਐਡਾ ਵੱਡਾ ਫਲਾਣਾ ਤਿਮਕੜਾ, ਪਰ ਮੈਂ ਕੁਛ ਵੀ ਨਹੀਂ ਹਾਂ। ਜਾਨਨ ਹਾਰੇ ਕੋਵਲ ਜਾਓ, ਕਹੋ ਨਾਨਕ ਗੁਰੂ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਪੰਜ ਤੱਤਾਂ ਨੇ ਪੰਜ ਤੱਤ ਰਾਜਣਾ ਆ, ਜਿਹੜੇ ਉਹਦੀ ਜੋਤ ਆ, ਜਿਹਨੂੰ ਅਸੀਂ ਸੋਲ ਕਰਨੇ ਆ, ਆਤਮਾ ਕਰਨੇ ਆ, ਉਹਨੂੰ ਉਹਦੇ ਵਿੱਚ ਰਾਜਣਾ ਆ। ਜਦ ਸਭ ਕੁਝ ਉਹ ਚ ਰਲ ਗਿਆ ਤੇ ਵਾਪਸ ਕਹਿੰਦੇ ਆਉਣਾ ਹੈ। ਹੁਣ ਇਹ ਸਾਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬਾਂ ਦੀ ਜਿਹੜੀ ਫਿਲਾਸਫੀ ਹੈ ਉਹ ਬਾਕੀ ਧਰਮਾਂ ਤੋਂ ਬਿਲਕੁਲ ਅਲੱਗ ਹੈ। ਹੁਣ ਅਸੀਂ ਜਾਈਏ ਇਹਦੇ ਉੱਪਰ ਕਿ ਪੂਰਬਲੇ ਕਰਮ, ਜਿਹਨੂੰ ਬਾਕੀ ਧਰਮਾਂ ਦੇ ਕਹਿੰਦੇ ਨੇ ਕਿ ਜੋ ਕੁਝ ਵੀ ਹੋ ਰਿਹਾ ਵਾ ਇਹ ਪੂਰਬਲੇ ਕਰਮਾਂ ਦੇ ਕਰਕੇ, ਪਿਛਲੇ ਜਨਮਾਂ ਦੇ ਕਰਕੇ ਹੋ ਰਿਹਾ ਵਾ। ਇਹਨੂੰ ਅਸੀਂ ਸਾਇੰਸ ਔਰ ਗੁਰਬਾਣੀ ਇਹਦੇ ਨਾਲ ਇਕੱਠੇ ਚੱਲ ਕੇ ਦੇਖਾਂਗੇ। ਇਹਦੇ ਉੱਪਰ ਮੈਂ ਬੜੀ ਰਿਸਰਚ ਕੀਤੀ ਹੈ, ਅਸਲ ਦੇ ਵਿੱਚ ਬੜਾ ਰਿਸਰਚ ਕਰਕੇ ਮੈਂ ਇਹ ਪੇਪਰ ਲਿਖਿਆ ਹੈ। ਗੁਰੂ ਸਾਹਿਬਾਂ ਨੇ, ਬਾਬੇ ਨਾਨਕ ਨੇ 19 ਅੰਕ ਦੇ ਉੱਪਰ ਬਿਗ ਬੈਂਗ ਥਿਊਰੀ ਡਿਸਕ੍ਰਾਈਬ ਕੀਤੀ 550 ਸਾਲ ਪਹਿਲਾਂ, ਜਦੋਂ 1950 ਦੇ ਵਿੱਚ ਸਾਇੰਸ ਨੇ ਮੰਨਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੀ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਵੀ ਉਸ ਰੱਬ ਤੋਂ, ਉਸ એનર્ਜੀ ਤੋਂ ਪਹਿਲਾਂ ਪਵਨ ਬਣੀ, ਉਸ ਪਵਨ ਤੋਂ ਪਤਾ ਨਹੀਂ ਕਿੰਨੇ ਟਾਈਮ ਦੇ ਬਾਅਦ ਜਲ ਪੈਦਾ ਹੋਇਆ, ਔਰ ਜੋ ਕੁਝ ਵੀ ਪੈਦਾ ਹੋਇਆ ਵਾ ਉਹ ਫਿਰ ਉਹਦੇ ਬਾਅਦ ਜਲ ਤੋਂ ਪੈਦਾ ਹੋਇਆ ਵਾ। ਉਹਦੇ ਬਾਅਦ ਇੱਕ ਸ਼ਬਦ ਹੁੰਦਾ ਆ ਗੁਰਮੁਖੋ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ, 472 ਅੰਕ ਉੱਪਰ ਹੈ। ਜਿਹੜੀ ਇਹਦੀ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ ਉਹ ਹੈ ਕਿ ਪਾਣੀ ਵੀ ਖੁਦ ਇੱਕ ਜੀ ਹੈ, ਔਰ ਇਸ ਜੀ ਪਹਿਲਾ ਜਿਹੜਾ ਪਾਣੀ ਹੈ ਕਿ ਇਹ ਵੀ ਇੱਕ ਜੀ ਹੈ ਜਿਸ ਤੋਂ ਸਭ ਕੁਝ ਹਰਿਆ ਹੋਇਆ ਵਾ। ਮੈਨੂੰ ਇਹ ਨਹੀਂ ਸੀ ਜੱਚ ਦੀ ਗੱਲ ਹੈ ਕਿ ਕੋਈ ਗੱਲ ਜੱਚ ਨਹੀਂ ਰਹੀ ਕਿ ਪਹਿਲਾ ਪਾਣੀ ਜੀਓ ਕਿੱਦਾਂ ਹੋ ਗਿਆ। ਵੀ ਜਿਹੜੀ ਚੀਜ਼ ਪੈਦਾ ਹੋਈ ਹੈ, ਜਿਹੜਾ ਜੀ ਆ, ਜੀ ਪੈਦਾ ਹੋਇਆ ਵਾ, ਪਰ ਉਸ ਜੀ ਨੇ ਇੱਕ ਦਿਨ ਮਰ ਜਾਣਾ ਆ। ਪਰ ਪਾਣੀ ਜਿਹੜਾ ਵਾ ਉਹ ਪੈਦਾ ਨਹੀਂ ਹੋਇਆ, ਉਹ ਤਾਂ ਹਵਾ ਚੋਂ ਨਿਕਲਿਆ ਵਾ, ਔਰ ਇਹਨੇ ਮਰਨਾ ਨਹੀਂ ਹੋ। ਅੱਜ ਤੱਕ ਕਦੇ ਪਾਣੀ ਮਰਿਆ ਨਹੀਂ ਹੋ। ਤੇ ਮੈਨੂੰ ਇਹ ਗੱਲ ਜੱਚ ਨਹੀਂ ਸੀ ਰਹੀ ਬਹੁਤ ਟਾਈਮ ਤੋਂ। ਤੇ 3 ਹਫ਼ਤੇ ਪਹਿਲਾਂ ਮੈਂ ਸਰਬਜੀਤ ਸਿੰਘ ਧੁੰਦਾਉਣਾ ਜੀ ਇੱਕ ਸੁਣ ਰਿਹਾ ਸੀਗਾ YouTube, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕੀਤੀ। ਮੈਨੂੰ ਗੱਲ ਸਮਝ ਨਹੀਂ ਆਈ। ਮੈਂ ਕਹਿੰਦਾ ਯਾਰ ਇਹ ਸਰਬਜੀਤ ਧੁੰਦਾ ਵੀ ਇਹਨੂੰ ਟੱਚ ਨਹੀਂ ਕਰ ਸਕੇ ਤਰੀਕੇ ਦੇ ਨਾਲ, ਨਹੀਂ। ਤੇ ਮੈਂ ਇਹਦੇ ਉੱਪਰ ਵਿਚਾਰ ਕਰਦਾ ਕਰਦਾ ਮੈਂ ਸੌ ਗਿਆ। ਤੇ ਅਰਲੀ ਮਾਰਨਿੰਗ ਜਦੋਂ ਮੇਰੀ ਜਾਗ ਖੁੱਲੀ ਤੇ ਮੈਨੂੰ ਇਹਦਾ ਇੱਕ ਇੰਟਰਪ੍ਰੀਟੇਸ਼ਨ ਮੇਰੇ ਦਿਮਾਗ 'ਚ ਉਸ ਵਕਤ ਆਈ, ਜਿਹੜੀ ਮੇਰਾ ਹੁਣ ਇੱਕ ਪੇਪਰ ਛਪ ਰਿਹਾ ਵਾ ਐਬਸਟਰੈਕਟ ਫੋਰੈਂਸਿਕ ਸਟੱਡੀਜ਼ ਦੇ ਵਿੱਚ, ਜਿਹੜੀ ਚੰਡੀਗੜ੍ਹ ਤੋਂ ਮੈਗਜ਼ੀਨ ਛਪਦੀ ਹੈ। ਤੇ ਉਹਦੇ ਵਿੱਚ ਮੈਂ ਫਿਰ ਉਸੇ ਵੇਲੇ ਲਿਖ ਕੇ ਤਾਂ ਉਹਨੂੰ ਮੈਂ ਭੇਜਿਆ, ਮੈਂ ਕਿ ਜੀ ਇਹ ਜਰਾ ਇੱਕ ਐਡ ਕਰ ਦਿਓ ਮੇਰੇ ਪੇਪਰ ਦੇ ਵਿੱਚ। ਮੈਂ ਇਹਦੀ ਇੰਟਰਪ੍ਰੀਟੇਸ਼ਨ ਇਸ ਤਰੀਕੇ ਨਾਲ ਦੇਖੀ ਹੈ ਕਿ ਪਹਿਲਾ ਪਾਣੀ ਜੀਓ ਹੈ, ਕਿ ਸਭ ਤੋਂ ਪਹਿਲਾਂ ਜਿਹੜਾ ਜੀ ਆ ਉਹ ਪਾਣੀ ਦੇ ਵਿੱਚ ਪੈਦਾ ਹੋਇਆ ਵਾ। ਜੋ
ਹੁਣੇ ਗੁਰੂ ਸਾਹਿਬਾਂ ਨੇ ਕਿਹਾ ਵਾ ਕਿ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੀ ਪਵਨ ਸਾਜਾ। ਜਲ ਤੋਂ ਸਭ ਕੁਝ ਪੈਦਾ ਹੋਇਆ ਵਾ। ਤੇ ਜਿਹੜਾ ਪਹਿਲਾ ਜਿਹੜਾ ਜੀ ਆ ਉਹ ਪਾਣੀ ਦੇ ਵਿੱਚ ਪੈਦਾ ਹੋਇਆ ਵਾ, ਔਰ ਉਸ ਜੀ ਤੋਂ ਸਭ ਕੁਝ ਹਰਿਆ ਜੋ ਵੀ ਅਸੀਂ ਦੇਖ ਰਹੇ ਹਾਂ, ਇਹ ਸਾਰਾ ਕੁਝ ਉਸ ਪਹਿਲੇ ਜਿਹੜਾ ਜੀ ਜਿਹੜਾ ਪਾਣੀ ਦੇ ਵਿੱਚ ਹੋਇਆ ਸੀਗਾ, ਇਹ ਉਸ ਤੋਂ ਹੋਇਆ ਵਾ, ਜੋ ਗੁਰੂ ਸਾਹਿਬ ਨੇ ਕਿਹਾ ਕਿ ਤ੍ਰੀ ਪਵਨ ਜਿਹੜੀ ਬਣਾਏ ਜਲ ਤੋਂ ਜਲ ਤੇ ਤ੍ਰੀ ਪਵਨ ਸਾਜਿਆ, ਘਟ ਘਟ ਜੋਤ ਸਮੂਹ। ਤੇ ਮੈਨੂੰ ਇਹਦੀ ਇੰਟਰਪ੍ਰੀਟੇਸ਼ਨ ਇਸ ਤਰੀਕੇ ਨਾਲ ਠੀਕ ਲੱਗੀ। ਉਹਦੇ ਬਾਅਦ ਅਗਲਾ 176 ਅੰਕਰ ਉੱਪਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਈ ਜਨਮ ਪਹਿ ਕੀਟ ਪਤੰਗਾ, ਕਈ ਜਨਮ ਗਜਵੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖਤ ਹੋਇਓ। ਹੁਣ ਇਹ ਰਹਾਉ ਦੀ ਤੁਕ ਹੈ। ਮਿਲ ਜਗਦੀਸ਼ ਮਿਲਨ ਕੀ ਬੜੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਜਿਹੜੀ ਦੇਹ ਸਾਨੂੰ ਮਿਲੀ ਹੈ, ਇਹ ਚਿਰੰਕਾਲ, ਹੁਣ ਦਾ ਕੋਈ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿੰਨੇ ਸਾਲ ਲੱਗੇ ਨੇ, ਚਿਰੰਕਾਲ, ਬਹੁਤ ਟਾਈਮ। ਔਰ ਇਹ ਜਿਹੜੀ ਦੇਹ ਮਿਲੀ ਹੈ, ਸਿਰਫ ਇਸ ਦੇਹ ਦੇ ਵਿੱਚ ਹੀ ਅਸੀਂ ਰੱਬ ਨੂੰ ਮਿਲ ਸਕਦੇ ਹਾਂ। ਔਰ ਇਸ ਤੋਂ ਪਹਿਲਾਂ, ਇਸ ਦੇਹ ਦੇ ਬਣਨ ਤੋਂ ਪਹਿਲਾਂ, ਹੁਣ ਅਸੀਂ ਐਵੋਲੂਸ਼ਨ ਉੱਪਰ ਆ ਜਾਈਏ ਸਾਇੰਸ ਨੂੰ ਲੈ ਕੇ ਵੀ, ਕਿ ਸਾਚੇ ਤੇ ਪਵਨਾ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੀ ਪਵਨ ਸਾਜਿਆ, ਘਟ ਘਟ ਜੋਤ ਸਮੂਹ ਹੋਏ। ਉਸ ਜਲ ਤੋਂ ਪਹਿਲਾਂ ਇੱਕ ਜੀ ਪੈਦਾ ਹੋਇਆ ਜਿਸ ਤੋਂ ਇਹ ਤ੍ਰੀ ਪਵਨ ਬਣਿਆ। ਹੁਣ ਉਹ ਜਿਹੜਾ ਇੱਕ ਜੀ ਸੀਗਾ ਜਿਹੜਾ ਪਹਿਲਾਂ ਪੈਦਾ ਹੋਇਆ, ਉਹ ਇੱਕ ਯੂਨੀਸੈਲੂਲਰ ਆਰਗੈਨਿਜ਼ਮ, ਬਿਲਕੁਲ ਸਿੰਪਲ, ਸਾਇੰਸ ਵੀ ਇਹੀ ਕਹਿੰਦੀ ਹੈ। ਅੱਛਾ, ਸਾਇੰਸ ਦੇ ਮੁਤਾਬਕ ਇਹ ਜਿਹੜਾ ਯੂਨੀਸੈਲੂਲਰ ਆਰਗੈਨਿਜ਼ਮ ਜਿਹੜਾ ਸੀਗਾ, ਸਨਲਾਈਟ ਵਾਸ ਵੈਰੀ ਇੰਜੂਰੀਅਸ ਟੂ ਇਟ, ਅਲਟਰਾਵਾਇਲਟ ਰੇਸ। ਤੇ ਇਹ ਫਿਰ ਜਦੋਂ ਸੂਰਜ ਨਿਕਲਦਾ ਸੀਗਾ, ਇਹ ਸਮੁੰਦਰ ਦੀ ਸਤਹ ਵਿੱਚ ਥੱਲੇ ਚਲੇ ਜਾਂਦਾ ਸੀਗਾ ਵੀ ਮੈਨੂੰ ਆਪਣਾ ਆਪ ਨੂੰ ਬਚਾਉਣ ਦੇ ਵਾਸਤੇ। ਤੇ ਜਦ ਤੱਕ ਸੂਰਜ ਰਹਿੰਦਾ ਸੀਗਾ ਉਹ ਥੱਲੇ ਰਹਿੰਦਾ ਸੀ, ਜਦੋਂ ਸੂਰਜ ਛੁਪਦਾ ਸੀਗਾ ਇਹ ਫਿਰ ਆਪਣਾ ਉੱਪਰ ਆ ਜਾਂਦਾ ਸੀ। ਤੇ ਇਹ ਇਹਦਾ ਕੰਟੀਨਿਊਸ ਰਿਹਾ, ਸੂਰਜ ਤੋਂ ਬਚਣ ਵਾਸਤੇ ਥੱਲੇ। ਇਹਦੇ ਨਾਲ ਇੱਕ ਸਰਕੇਡੀਅਨ ਰਿਦਮ ਬਣ ਗਿਆ, 12 ਘੰਟੇ ਥੱਲੇ, 12 ਘੰਟੇ ਉੱਪਰ। ਜਿਹੜੇ ਵੀ ਜੀ ਜੰਤੂ ਉਹਦੇ ਬਾਅਦ ਇਸ ਦੇ ਥਰੂ ਪੈਦਾ ਹੋਏ, ਤ੍ਰੀ ਪਵਨ ਸਾਜਿਆ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸਭ ਕੁਝ ਬਣਿਆ। ਉਹ ਜਿਹੜਾ ਇਹਨੇ ਸੋਚਿਆ ਸੀਗਾ, ਜੋ ਇਹਨੇ ਸਿੱਖਿਆ ਸੀਗਾ ਯੂਨੀਸੈਲੂਲਰ ਆਰਗੈਨਿਜ਼ਮ ਨੇ, ਉਹ ਉਹਨਾਂ ਦੇ ਵਿੱਚ ਪਾਸ ਆਨ ਹੋ ਗਿਆ। ਜਦੋਂ ਉਹਨਾਂ ਨੇ ਰਾਤ ਪੰਦੀ ਸੀਗੀ, ਜਦੋਂ ਪਹਿਲਾ ਇਨਸਾਨ ਬਣਿਆ, ਉਹ ਕੇਵਸ ਵਿੱਚ ਚਲਾ ਜਾਂਦਾ ਸੀਗਾ। ਦਿਨ ਆਈ, ਕੇਵਸ ਤੋਂ ਬਾਹਰ ਆ ਗਿਆ, ਕੇਵਸ ਜਾ ਕੇ ਸੌਂ ਗਿਆ, ਦਿਨੇ ਬਾਹਰ ਆ ਗਿਆ। ਜਾਨਵਰ ਵੀ ਰਾਤੀ ਸੌਂ ਗਏ, ਸਵੇਰੇ ਉੱਠ ਕੇ ਆਪਣਾ ਘੁੰਮਣ ਫਿਰਨ ਲੱਗ ਪਏ। ਇੱਕ ਸਰਕੇਡੀਅਨ ਰਿਦਮ ਉਸ ਇੱਕ ਯੂਨੀਸੈਲੂਲਰ ਆਰਗੈਨਿਜ਼ਮ ਦਾ ਸ਼ੁਰੂ ਕੀਤਾ ਹੋਇਆ ਅੱਜ ਤੱਕ ਸਾਡੇ ਵਿੱਚ ਹੈਗਾ ਆ। ਹੁਣ ਵੀ ਜਦੋਂ ਇਹ ਸਰਕੇਡੀਅਨ ਰਿਦਮ ਕਦੇ ਸਾਨੂੰ ਕਿਤੇ ਆਉਣਾ ਜਾਣਾ ਪੈ ਜਾਵੇ ਤੇ ਜੈਟ ਲੈਗ ਹੋ ਜਾਂਦੀ ਹੈ, ਤੇ ਹਾਊ ਮਚ ਵੀ ਸਫਰ। ਸੋ ਦਿਸ ਇਜ਼ ਵਨ ਆਫ ਆਵਰ ਪੂਰਬਲੇ ਕਰਮ which has been passed on to us from our ancestors. ਹੁਣ ਮੈਂ ਦੁਬਾਰਾ ਇਸ ਸ਼ਬਦ ਪਰ ਆ ਜਾਵਾਂ 176 ਅੰਕ ਵਾਲਾ, ਕਿ ਮਿਲ ਚਿਰੰਕਾਲੇ ਦੇ ਸੰਜਰੀਆ। ਇਸ ਤੋਂ ਪਹਿਲਾਂ ਕਈ ਜਨਮ ਪਹਿ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖਤ ਹੋਇਓ, ਕਈ ਜਨਮ ਛੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਪਾਇਆ, ਲੱਖ 84 ਜੋਨ ਪਰਮਾਇਆ। ਅਤੇ ਲੱਖ 84 ਤਾਂ ਉਹਨਾਂ ਨੇ ਇਸਤੇਮਾਲ ਕੀਤਾ ਕਿ ਇਟ ਵਾਸ ਪ੍ਰੀਵੈਲੈਂਟ ਐਟ ਦੈਟ ਟਾਈਮ, ਸਮਝਾਉਣ ਦੇ ਵਾਸਤੇ। ਹੁਣ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤਿ। ਉਹਦੇ ਚਿਰੰਕਾਲ ਦੇ ਬਾਅਦ ਜਿਹੜੀ ਦੇਹ ਮਿਲੀ ਹੈ, ਜਿਹਦੇ ਵਿੱਚ ਅਸੀਂ ਮਿਲ ਜਗਦੀਸ਼ ਮਿਲਣ ਕੀ ਬੜੀਆ ਵਾ, ਇਹ ਇਸ ਦੇ ਵਿੱਚ ਹੁਣ ਤੁਸੀਂ
ਸਾਧ ਸੰਗ ਕਰੋ, ਗੁਰੂ ਦੀ ਸੰਗਤ ਕਰੋ, ਔਰ ਉਸ ਗੁਰੂ ਦੀ ਸੰਗਤ ਵਿੱਚ ਕਰਕੇ ਰੱਬ ਦੇ ਜਿਹੜੇ ਗੁਣ ਨੇ ਉਹ ਪ੍ਰਾਪਤ ਕਰੋ। ਇਸ ਦੇਹ ਦੇ ਵਿੱਚ ਤਿਆਗ, ਮਾਨ, ਝੂਠ, ਅਭਿਮਾਨ ਇਹ ਸਭ ਛੱਡ ਦਿਓ ਤੇ ਜੀਵਤ ਮਰੇ ਦਰਗਹਿ ਪਰਵਾਨ। ਜਿੰਦੇ ਹੋਏ ਮਰ ਜਾਓ, ਜਿੰਦੇ ਹੋਏ ਆਪਣਾ ਅਭਿਮਾਨ, ਤਿਆਗ, ਮਾਨ, ਝੂਠ, ਅਭਿਮਾਨ ਇਹਨੂੰ ਮਾਰ ਦਿਓ, ਜੀਵਤ ਮਰੇ ਤੇ ਦਰਗਹਿ ਪਰਵਾਨ। ਤੇ ਉਹਦੀ ਦਰਗਾਹ ਦੇ ਵਿੱਚ ਹੁਣ ਪਰਵਾਨ ਹੋ ਜਾਵੋ। ਤੇ ਉਹਦੀ ਦਰਗਾਹ ਕਿੱਥੇ ਆ? ਜਿਹੜਾ ਰੱਬ ਰੰਦਾ ਹੀ ਸਾਡੇ ਅੰਦਰ ਵਾ, ਘੱਟ ਘੱਟ ਮੇਰ ਜੂ ਬਸੇ, ਤਾਂ ਉਹਦੀ ਦਰਗਾਹ ਕਿਤੇ ਅਸਮਾਨ ਦੇ ਉੱਪਰ ਤੇ ਨਹੀਂ ਹੈਗੀ, ਉਹਦੀ ਦਰਗਾਹ ਸਾਡੇ ਅੰਦਰ ਹੀ ਹੈ ਨਾ। ਤੇ ਜਦੋਂ ਉਹਦੀ ਦਰਗਾਹ ਮੇਰੇ ਅੰਦਰ ਵਾ, ਤੇ ਜਦੋਂ ਮੈਂ ਝੂਠ ਅਭਿਮਾਨ ਛੱਡ ਦਿੱਤਾ ਤੇ ਮੈਂ ਆਪਣੇ ਆਪ ਖੁਸ਼ ਹੋ ਗਿਆ, ਬਲਿਸਫੁਲ ਸਟੇਟ 'ਚ ਆ ਗਿਆ, ਤੇ ਮੈਂ ਆਪਣੇ ਆਪ ਉਸ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਿਆ। ਜੋ ਕੁਛ ਹੁਆ ਸੋ ਤੁਝ ਤੇ ਹੋਗ, ਅਵਰ ਦੂਜਾ ਕਰਨੇ ਜੋਗ। ਜੋ ਕੁਛ ਵੀ ਕਰਨਾ ਆ ਹੈ ਇਨਸਾਨ, ਤੂੰ ਆਪਣੇ ਆਪ ਹੀ ਕਰਨਾ ਆ, ਤੇਰਾ ਕੰਮ ਕੋਈ ਹੋਰ ਕਿਸੇ ਨੇ ਨਹੀਂ ਕਰਨਾ। ਇਹ ਜਿਹੜਾ ਝੂਠ ਮਾਨ ਵਿਮਾਨ ਨੂੰ ਤਿਆਗਣਾ ਆ, ਤੂੰ ਖੁਦ ਹੀ ਤਿਆਗਣਾ ਵਾ। ਤਾਂ ਮਿਲੀਏ ਜਾ ਲਹਿ ਮਿਲਾਏ, ਕਹੇ ਨਾਨਕ ਹਰ ਹਰ ਗੁਣ ਗਾਏ। ਉਹੀ ਉਹਨੂੰ ਮਿਲੇਗਾ ਜੋ ਇਹ ਮਾਨ, ਝੂਠ, ਵਿਮਾਨ ਨੂੰ ਛੱਡ ਦੇਗਾ, ਜਿੰਦਾ ਹੀ ਇਹਨਾਂ ਨੂੰ ਮਾਰ ਦੇਗਾ ਤੇ ਦਰਗਾਹ ਵਿੱਚ ਪ੍ਰਵਾਨ ਹੋ ਜਾਏਗਾ। ਹੁਣ ਅਸੀਂ ਇਹ ਦੇਖੀਏ ਕਿ ਅਸੀਂ ਐਵੋਲਿਊਸ਼ਨ ਦੇ ਮੁਤਾਬਕ ਅਸੀਂ ਇੱਥੇ ਵੀ ਜੋ ਗੁਰੂ ਸਾਹਿਬਾਂ ਨੇ ਐਵੋਲਿਊਸ਼ਨ ਦੱਸੀ ਹੈ ਕਿ ਜਿਹੜਾ ਕਈ ਜਨਮ ਕੀਟ ਪਤੰਗ ਹੋਏ ਨੇ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਕਸ ਹੋਇਓ, ਉਹਨਾਂ ਸਾਰਿਆਂ ਦੇ ਬਾਅਦ ਕਿਤੇ ਜਾ ਕੇ ਇਹ ਦੇਹ ਮਿਲੀ ਹੈ। ਇਟ ਇਜ਼ ਐਨ ਐਵੋਲਿਊਸ਼ਨ ਪ੍ਰੋਸੈਸ। ਜਿਹੜਾ ਪਹਿਲੇ ਪਾਣੇ ਜੀਓ ਹੈ, ਜਿਤ ਹਰਿਆ ਸਭ ਕੋਏ, ਜਲ ਤੇ ਤ੍ਰੀ ਭਵਨ ਸਾਜਿਆ। ਤੇ ਇਹ ਜਲ ਤੋਂ ਪੈਦਾ ਹੋਇਆ ਇੱਕ ਯੂਨੀਸੈਲੂਲਰ, ਫਿਰ ਕੀਟ ਪਤੰਗ ਬਣੇ, ਫਿਰ ਜ਼ਮੀਨ ਕੁਰੰਗਾ ਬਣੇ, ਫਿਰ ਕਈ ਕੁਛ ਹੋਇਆ। ਉਹਦੇ ਬਾਅਦ ਇਹ ਸਾਡਾ ਜੋ ਕੁਛ ਵੀ ਇਨ ਦਾ ਪ੍ਰੋਸੈਸ ਆਫ ਐਵੋਲਿਊਸ਼ਨ ਇਹਨਾਂ ਨੇ ਸਿੱਖਿਆ, that has been passed on to we human beings, ਲਾਸਟ ਦੇ ਵਿੱਚ ਉਹ ਸਾਡੇ ਪੂਰਬਲੇ ਕਰਮ ਰਹੇ ਨੇ। ਹੁਣ ਅਸੀਂ ਇਸ ਚੀਜ਼ ਨੂੰ ਦੇਖੀਏ ਵੈਸੇ ਕਿ ਜਦੋਂ ਅਸੀਂ ਕਦੇ ਪਿਕਨਿਕ ਵਾਸਤੇ ਜਾਂਦੇ ਹਾਂ, ਜਦੋਂ ਅਸੀਂ ਜੰਗਲ ਵਿੱਚ ਜਾਂਦੇ ਹਾਂ, ਨੇਚਰ ਵਿੱਚ ਜਾਂਦੇ ਹਾਂ, ਕਿੰਨੇ ਖੁਸ਼ ਹੁੰਦੇ ਹਾਂ ਅਸੀਂ ਨੇਚਰ ਦੇ ਵਿੱਚ ਜਾਣ ਦੇ ਵਾਸਤੇ ਹਫਤਾ ਪਹਿਲਾਂ ਬੁਕਿੰਗ ਕਰਾ ਦਿੰਦੇ ਹਾਂ, ਐਂਡ ਵੀ ਗੈਟ ਸੋ ਹੈਪੀ, ਕਿਉਂਕਿ ਦੈਨ ਵੀ ਫੀਲ ਆਵਰ ਸੈਲਵਸ ਕਿ ਅਸੀਂ ਆਪਣੇ ਅਸਲੀਅਤ ਵਿੱਚ ਆ ਗਏ ਹਾਂ। ਵੀ ਆਰ ਨੋਟ ਸਪੋਜ਼ਡ ਟੂ ਬੀ ਲਿਵਿੰਗ ਇਨ ਕੰਕਰੀਟ ਜੰਗਲ, ਵੀ ਆਰ ਸਪੋਜ਼ਡ ਟੂ ਬੀ ਲਿਵਿੰਗ ਇਨ ਦਾ ਨੇਚਰ। ਤਾਂ ਅਸੀਂ ਨੇਚਰ 'ਚ ਜਾ ਕੇ ਬੜਾ ਖੁਸ਼ ਹੁੰਦੇ ਹਾਂ। 84 ਲੱਖ ਉੱਪਰ ਪੰਜਵੇਂ ਪਾਤਸ਼ਾਹ 184 ਭਰਮ ਤੇ ਦੁਰਲਭ ਜਨਮ ਪਾਏ ਹੋਏ, ਇਹ ਐਵੋਲਿਊਸ਼ਨ ਹੈ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਏ। ਭਾਈ ਗੁਰਦਾਸ ਜੀ ਵੀ ਲਿਖਦੇ ਨੇ ਕਿ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਤੇ ਹੀ। ਉਹ ਜਦੋਂ ਗੁਰੂ ਸਾਹਿਬਾਨ ਨੇ ਗੱਲ ਕੀਤੀ ਹੈ ਆਪਣੀ, ਇੱਕ ਤਾਂ ਮੈਂ ਪਹਿਲਾ ਸ਼ਬਦ ਦੱਸ ਚੁੱਕਾ ਹਾਂ, ਤੇ ਦੂਜਾ ਜਪਜੀ ਸਾਹਿਬ ਦੇ ਵਿੱਚ ਆ ਜਾਂਦਾ ਆ, ਰਾਤੀ ਰੋਟੀ ਥਿੱਤੀ ਵਾਰ ਪੌਣ ਪਾਣੀ ਗਨੀ ਪਤਾ, ਤੀਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਰਾਤੀ ਰਾਤ ਰੋਜ਼ ਦਿਨ ਪੌਣ ਪਾਣੀ ਸਭ ਕੁਝ ਬਣਾ ਕੇ ਤੇ ਧਰਤੀ ਜਿਹੜੀ ਆ ਉਹਦੇ ਵਿੱਚ ਇੱਕ ਧਰਮਸਾਲ ਬਣਾ ਕੇ ਰੱਖ ਦਿੱਤੀ ਰੱਬ ਨੇ। ਪੁਰਾਣੇ ਜ਼ਮਾਨੇ ਵਿੱਚ ਜਿੱਥੇ ਪੜ੍ਹਾਈ ਹੁੰਦੀ ਸੀ ਨਾ, ਉਹਨੂੰ ਪਾਠਸ਼ਾਲ ਕਿਹਾ ਜਾਂਦਾ ਸੀ, ਪਾਠਸ਼ਾਲਾ ਜਿਹਨੂੰ ਸਕੂਲ ਕਹਿੰਦੇ ਨੇ ਅੱਜ ਕੱਲ੍ਹ। ਪਰ ਇਹ ਜਿਹੜੀ ਧਰਤੀ ਹੈ ਪੂਰੀ ਦੀ ਪੂਰੀ ਧਰਮਸਾਲ ਹੈ, ਧਰਮ ਕਮਾਉਣ ਦੇ ਵਾਸਤੇ, ਧਰਮ ਸਿੱਖਣ ਦੇ ਵਾਸਤੇ। ਇਸ ਵਿੱਚ ਜੀ ਜੁਗਤ ਕੇ ਰੰਗ, ਜੀ ਔਰ ਜੁਗਤ ਕਿੰਨੇ ਰੰਗਾਂ ਦੇ ਨੇ, ਤਿੰਨਕੇ ਨਾਮ ਅਨੇਕ ਅਨੰਤ। ਇੱਥੇ ਉਹਨਾਂ ਡਬਲ ਕਹਿ ਦਿੱਤਾ, ਪਹਿਲਾਂ ਅਨੰਤਾ ਕਿਹਾ ਸੀਗਾ ਇੱਕ, ਇੱਥੇ ਉਹਨਾਂ ਨੇ ਉਹ ਗੱਲ ਨੂੰ ਪੱਕਾ ਕਰਨ ਦੇ ਵਾਸਤੇ ਇਹ ਕਹਿ ਦਿੱਤਾ ਕਿ ਇੱਥੇ ਤਿੰਨਕੇ ਨਾਮ 84 ਲੱਖ ਨਹੀਂ ਹੋ, ਤਿੰਨਕੇ ਨਾਮ ਅਨੇਕ ਅਨੰਤ, ਡਬਲ ਮੋਹਰ ਲਗਾ ਦਿੱਤੀ। ਇੱਕ ਹੋਰ ਮੈਂ ਗੱਲ ਇੱਥੇ ਕਰਾਂ, 84 ਲੱਖ ਜੂਨ ਵਿੱਚ ਉੱਤਮ ਜਨਮ ਸਮਾਨਸ ਤੇ ਹੀ, ਉੱਤਮ ਜਨਮ ਆਏ। ਫਿਰ ਅਸੀਂ ਨਾ ਇੱਕ ਗੱਲ ਬੜਾ ਸੁਣਦੇ ਹੁੰਦੇ ਆ ਕਿ ਇਨਸਾਨ ਇੱਕ ਗਲਤੀਆਂ ਦਾ ਪੁਤਲਾ ਹੈ।
टू एर्र इज ह्यूमन। मैं सोचता होना आ कि अगर इंसान गलती का पुतला वा, इफ टू एर्र इज ह्यूमन, देन हाउ कम ह्यूमन बीइंग इज द उत्तम जन्म? हाउ कम? जो कुत्ता है वो कुत्ता है, जो हाथी है वो हाथी है, जो पंछी है वो पंछी है। एक इंसान ही क्यों गलती का पुतला? क्योंकि असी करतूत पशु की, मानस जात। साडे करतूतां पशुओं दी ने। असी दे संजरिया आ तो गई है, चिरंकाले दे संजरिया, पर असी हाले भी अपने पिछे दे विच या करतूत साडी असी भी हाले पशुओं वर्गे ही हाँ। इस वास्ते असी कोशिश ये करनी आ कि असी इंसान गलती का पुतला ना बने। दोबारा जी पूर्वले कर्म के उत्ते बई पहला असी पूर्वला कर्म ये देख लिता कि जो एवोल्यूशन दे राही सानू असी जो कुछ सीखिया है फ्रॉम यूनिसेलुलर ऑर्गेनिज्म, एग्जाम्पल सर्केडियन रिदम दी है, वो एज तो कर जानवरों के विच भी है, पंछियों के विच भी है और ह्यूमन बींग्स के विच भी है। तो इन द प्रोसेस ऑफ एवोल्यूशन जो भी असी सीखिया वा, दैट हैज बीन पास्ड ऑन टू अस एज ह्यूमन बींग्स, टू ऑल द ह्यूमन बींग्स। नाउ ये एक साडे पूर्वले कर्म ने। इहदे उपर एक बड़ा सोहना पेपर भी हैगा आ, जे किसी ने पढ़ना होवे तां। इट इज रिटन बाय स्टीव हैमंड्स, इट इज पोस्टेड बाय earthpages.org। the title है Deep DNA Memory Theories, Can We Remember Our Ancestors' Lives। ये पेपर मेरे को हैगा, वैसे मैं पढ़िया इनू। दूजे जिहड़े पूर्वले कर्म ने ਉਹ ਨੇ ਸਾਡੇ ਜੀਨਸ, ਸਾਡੇ ਪੁਰਖਾਂ ਦੇ ਕਰਮ ਸੰਸਕਾਰ, ਸਾਡੇ ਪੁਰਖਾਂ ਦੇ ਜਿਹੜੇ ਜੀਨਸ ਨੇ, ਜਿਹੜੇ ਇਹ ਹਰੇਕ ਨੂੰ ਪਤਾ ਹੋਣਾ ਵੈਸੇ ਕਿ ਅਗਰ ਸਾਡੇ ਮਾਪੇ ਨੂੰ ਜਾਂ ਸਾਡੇ ਗ੍ਰੈਂਡ ਪੇਰੈਂਟਸ ਨੂੰ ਡਾਇਬੀਟੀਜ਼ ਸੀਗੀ ਜਾਂ ਹਾਈਪਰਟੈਂਸ਼ਨ ਸੀਗਾ, ਤੇ ਇਹ ਆਮ ਗੱਲ ਜਦੋਂ ਵੀ ਅਸੀਂ ਡਾਕਟਰ ਕੋਲ ਜਾਂਦੇ ਆ ਤਾਂ ਉਹ ਪੁੱਛਦੇ ਨੇ ਕਿ ਤੁਹਾਡੇ ਕਿਸੇ ਨੂੰ ਫੈਮਿਲੀ ਮੈਂਬਰ ਨੂੰ ਤਾਂ ਨਹੀਂ ਸੀ ਪ੍ਰੋਬਲਮ ਇਹ, ਅਗਰ ਸਾਨੂੰ ਹੋ ਜਾਏ ਤਾਂ। ਸੋ ਦੇ ਵਾਂਟ ਟੂ ਫਾਈਂਡ ਆਊਟ ਕਿ ਇਹ 'ਚ ਫੈਮਿਲੀ ਲਿੰਕ ਹੈ ਕਿ ਨਹੀਂ ਹੈ। ਦੈਟ ਮੀਨਸ ਉਹ ਜਿਹੜੇ ਉਹਨਾਂ ਨੂੰ ਬਿਮਾਰੀ ਸੀਗੀ ਉਹ ਜੀਨਸ ਦੇ ਰਾਹੀਂ ਸਾਡੇ ਵਿੱਚ ਪਾਸ ਔਨ ਹੋ ਗਈ ਹੈ। ਫਿਰ ਇਹ ਵੀ ਦੇਖਿਆ ਹੋਣਾ ਹੈ ਕਿ ਘਰ ਦੇ ਹਰ ਇੱਕ ਬੰਦੇ ਨੂੰ ਨਹੀਂ ਹੁੰਦੀ ਬਿਮਾਰੀ, ਕਿਸੇ ਕਿਸੇ ਨੂੰ ਹੁੰਦੀ ਹੈ। 40% ਇਟਸ ਪਾਸਡ ਔਨ, 60% ਇਟਸ ਨੋਟ। ਜਿਹੜੇ ਜੀਨਸ ਨੇ, ਜਿਨ੍ਹਾਂ ਨੇ ਸਾਇੰਸ ਪੜ੍ਹੀ ਉਹਨਾਂ ਨੂੰ ਪਤਾ ਹੋਏਗਾ ਕਿ ਉਹ ਦੋ ਟਾਈਪਸ ਦੇ ਹੁੰਦੇ ਨੇ, ਡੋਮੀਨੈਂਟ ਐਂਡ ਰਿਸੈਸਿਵ। ਜਿਹਨਾਂ ਨੂੰ ਬਿਮਾਰੀ ਹੋ ਗਈ ਹੈ ਉਹਨਾਂ ਦੇ ਵਿੱਚ ਉਹ ਡੋਮੀਨੈਂਟ ਜੀਨ ਸੀਗੇ, ਉਹਨਾਂ ਨੂੰ ਬਿਮਾਰੀ ਹੋ ਗਈ ਹੈ। ਬਾਕੀ ਦੇ ਵਿੱਚ ਜੀਨਸ ਹੈਗੇ ਨੇ ਪਰ ਉਹ ਡੋਮੀਨੈਂਟ ਨਹੀਂ ਹੈ। ਇੱਕ ਮੈਂ ਹੋਰ ਐਗਜ਼ਾਮਪਲ ਦਵਾਈ ਦੀ ਕਿ ਘਰ ਦੇ ਵਿੱਚ ਇੱਕ ਬੱਚਾ ਹੈ, ਉਹਦੇ ਗੋਲਡਨ ਕਲਰ ਦੇ ਹੇਅਰ ਨੇ, ਨਾ ਉਹਦੇ ਮਾਂ ਦੇ ਗੋਲਡਨ ਕਲਰ ਦੇ ਹੇਅਰ ਨੇ, ਨਾ ਉਹਦੇ ਪੇ ਦੇ ਨੇ, ਨਾ ਨਾਨਕਿਆਂ ਤੋਂ ਕਿਸੇ ਦੇ ਨੇ, ਨਾ ਦਾਦਕਿਆਂ ਤੋਂ ਕਿਸੇ ਦੇ ਨੇ। ਤਾਂ ਲੋਕ ਉਹਦੇ ਨੇ ਕਿ ਇਹ ਕਿੱਥੋਂ ਆ ਗਏ ਇਹਦੇ ਗੋਲਡਨ ਕਲਰ ਹੇਅਰ, ਹਾਊ ਕਮ? ਫਿਰ ਇੱਕ ਬਜ਼ੁਰਗ ਆਉਂਦੀ ਆ, ਉਹ ਉਹਦੇ ਗੋਲਡਨ ਕਲਰ ਹੇਅਰ ਦੇਖ ਕੇ ਕਹਿੰਦੀ ਆ, ਉਹ ਹਾਂ ਇਹਦੀ ਜਿਹੜੀ ਗ੍ਰੇਟ ਗ੍ਰੈਂਡ ਮਦਰ ਸੀ ਨਾ, ਉਹਦੇ ਵਾਲ ਏਦਾਂ ਦੇ ਹੁੰਦੇ ਸੀਗੇ। That means that genes of the color of the hair was being passed on, but they were recessive, but ਇਸ ਬੱਚੇ ਤੋਂ ਡੋਮੀਨੇਟ ਹੋ ਗਏ। ਇੱਕ ਘਰ ਦੇ ਵਿੱਚ 3 ਬੱਚੇ ਨੇ, ਇੱਕ ਜਿਹੜਾ ਵਾ ਉਹ ਬੜਾ ਸੋਹਣੇ ਸੁਭਾਅ ਦਾ, ਕਦੇ ਇਹਦਾ ਬਿਲਕੁਲ ਸਾਧੂ ਹੀ ਹੈ। ਜਿਹੜੇ 2 ਨੇ ਉਹ ਬੜੇ ਬਦਮਾਸ਼ ਨੇ। ਉਹ ਕਈ ਵਾਰੀ ਪੁੱਛਦੇ ਨੇ, ਕਹਿੰਦੇ ਯਾਰ ਇਹ ਇਹਦਾ ਸਾਧੂ ਕਿੱਦਾਂ ਬਣ ਗਿਆ, ਇਹ ਬਦਮਾਸ਼ ਕਿੱਦਾਂ ਬਣ ਗਏ? ਫਿਰ ਕੋਈ ਆ ਕੇ ਦੱਸਦਾ ਆ ਇਹਦਾ ਜਿਹੜਾ ਗ੍ਰੇਟ ਗ੍ਰੈਂਡ ਫਾਦਰ ਸੀ ਨਾ, ਬਿਲਕੁਲ ਉਹਦੇ ਸੁਭਾਅ ਦਾ ਵਰਗਾ ਸੀ, ਸਾਧੂ ਸੁਭਾਅ ਸੀ ਬਿਲਕੁਲ ਉਹਦਾ, ਇਹ ਬਿਲਕੁਲ ਉਹਦੇ ਉੱਪਰ ਗਿਆ ਵਾ।
ਇਹ ਜਿਹੜੀ ਕੁੜੀ ਹੈ ਨਾ, ਇਹ ਜਦੋਂ ਬੋਲਦੀ ਪਈ ਆ, ਟਰਾਂ ਟਰਾਂ ਕਰਦੀ ਰਹਿੰਦੀ ਆ, ਇਹ ਬਿਲਕੁਲ ਆਪਣੇ ਭੂਆ ਦੇ ਉੱਪਰ ਗਈ ਆ। ਉਹ ਅੱਦਾਂ ਹੀ ਦੇਖ ਲਓ ਭਾਵੇਂ ਜਾ ਕੇ। ਇਹਦਾ ਮਤਲਬ ਇਹ ਹੈ ਕਿ ਸਾਡੇ ਵਿੱਚ ਜਿਹੜੇ ਸਾਡੇ ਪੁਰਖਾਂ ਦੇ, ਸਾਡੇ ਗ੍ਰੈਂਡ ਪੇਰੈਂਟਸ ਦੇ, ਸਾਡੇ ਰਿਸ਼ਤੇਦਾਰਾਂ ਦੇ ਜਿਹੜੇ ਜੀਨਸ ਨੇ, ਉਹ ਸਾਡੇ ਵਿੱਚ ਪਾਸ ਔਨ ਹੁੰਦੇ ਨੇ। These are all those examples. ਕਿਸੇ ਵਿੱਚ ਉਹ ਡੋਮੀਨੈਂਟ ਹੁੰਦੇ ਨੇ, ਕਿਸੇ ਉਹ ਰਿਸੈਸਿਵ ਹੁੰਦੇ ਨੇ। ਇਹ ਸਾਡੇ ਇੱਕ ਪੂਰਬਲੇ ਕਰਮ ਨੇ ਜਿਹੜੇ ਸਾਨੂੰ ਅਫੈਕਟ ਕਰਦੇ ਨੇ, ਸਾਡੀ ਜ਼ਿੰਦਗੀ ਦੇ ਨਹੀਂ। ਉਹਦੇ ਬਾਅਦ ਤੀਸਰਾ, ਸਾਡੇ ਕਿਹੜੇ ਪੂਰਬਲੇ ਕਰਮ ਨੇ? ਸਾਡੇ ਸੰਸਕਾਰ, ਜਿਹੜਾ ਅਸੀਂ ਬਚਪਨ ਤੋਂ ਸਿੱਖਦੇ ਆਏ ਆ, ਜਿਹੜੇ ਸਾਡੇ ਸੰਸਕਾਰ ਨੇ, ਜਿਹੜੇ ਅਸੀਂ ਆਪਣੇ ਬੱਚਿਆਂ ਵਿੱਚ ਪਾਉਂਦੇ ਆ, ਜਾਂ ਜੋ ਬੱਚੇ ਸਾਡੇ ਵਿੱਚ ਦੇਖਦੇ ਨੇ, ਉਹ ਉਹਨਾਂ ਦੇ ਪੂਰਬਲੇ ਕਰਮ ਬਣ ਜਾਂਦੇ ਨੇ। ਐਗਜ਼ਾਮਪਲ ਛੋਟਾ ਜਿਹਾ, ਕਿ ਮਾਂ ਬੱਚੇ ਨੂੰ ਕਹਿੰਦੀ ਹੈ ਡੋਂਟ ਗੋ ਇਨਟੂ ਦ ਡਾਰਕ, ਸਵਿਚ ਆਨ ਦ ਲਾਈਟ। ਬੱਚਾ ਪੁੱਛਦਾ ਕਿਉਂ? ਹੁਣ ਮਾਂ ਨੂੰ ਹੋਰ ਤਾਂ ਕੁਛ ਨਹੀਂ, ਉਹਨੇ ਕਹਿ ਦਿੱਤਾ ਉੱਥੇ ਨਾ ਭੂਤ ਹੁੰਦੇ ਆ। ਪਿੰਡਾਂ ਦੇ ਵਿੱਚ ਆਮ ਗੱਲ ਹੁੰਦੀ ਆ, ਸਾਡੇ ਵੀ ਛੋਟੇ ਜਿਹੇ ਉਹਦੇ ਭੂਤ ਹੁੰਦੇ ਆ, ਲਾਈਟ ਆਨ ਕਰਕੇ ਜਾਈ। ਹੁਣ ਇਹ ਬੱਚੇ ਦੇ ਦਿਮਾਗ ਦੇ ਵਿੱਚ ਗੱਲ ਪੈ ਗਈ ਕਿ ਡਾਰਕਨੈਸ ਵਿੱਚ ਭੂਤ ਹੁੰਦੇ ਨੇ। ਵੱਡਾ ਹੋ ਕੇ ਉਹਨੂੰ ਡਾਰਕਨੈਸ ਤੋਂ ਡਰ ਲੱਗਣਾ ਸ਼ੁਰੂ ਹੋ ਜਾਏਗਾ, ਔਰ ਭੂਤਾਂ ਦੇ ਬਾਰੇ ਉਹਦਾ ਵਿਸ਼ਵਾਸ ਸ਼ੁਰੂ ਹੋ ਜਾਏਗਾ। ਇੱਕ ਬੱਚਾ ਦੇਖਦਾ ਆ ਕਿ ਉਹਦਾ ਪੇ ਰੋਜ਼ ਸ਼ਰਾਬ ਪੀ ਕੇ ਹੁੰਦਾ, ਤਾਂ ਆਪਣੀ ਮਾਂ ਨੂੰ ਮਾਰਦਾ ਆ, ਉਹਦੀ ਮਾਂ ਨੂੰ ਮਾਰਦਾ ਆ। ਬੱਚਾ ਉਹ ਦੇਖ ਕੇ ਉਹਦੇ ਵਿੱਚ, ਜੇ ਬੱਚਾ ਬੋਲਣ ਦੀ ਕੋਸ਼ਿਸ਼ ਕਰਦਾ ਆ ਤਾਂ ਪਿਓ ਨੂੰ ਵੀ ਮਾਰਦਾ ਆ। ਵੱਡਾ ਹੋ ਕੇ ਉਹ ਬੱਚੇ ਦੇ ਵਿੱਚ ਜਿਹੜੇ ਸੰਸਕਾਰ ਪੈਣਗੇ, ਜਾਂ ਤਾਂ ਉਹ ਖੁਦ ਸ਼ਰਾਬ ਪੀਣ ਲੱਗ ਪਏਗਾ, ਜਾਂ ਉਹ ਸ਼ਰਾਬ ਪੀਣ ਵਾਲੇ ਤੋਂ ਨਫ਼ਰਤ ਕਰਨ ਲੱਗ ਪਏਗਾ। ਤੇ ਜਿਹੜੀ ਅਥਾਰਟੀ ਫਿਗਰ ਹੈ, ਲਾਈਕ ਫਾਦਰ ਅਥਾਰਟੀ ਫਿਗਰ ਹੈ, ਜਾਂ ਉਹਦੇ ਕੋਲ ਡਰਨ ਲੱਗ ਪਏਗਾ, ਜਾਂ ਉਹਦੇ ਉੱਪਰ ਰੈਬੇਲੀਅਸ ਹੋ ਜਾਏਗਾ। ਔਰ ਐਸਾ ਜਿਹੜਾ ਬੱਚਾ ਵਾ, ਉਹਦੇ ਵਾਸਤੇ ਕਿਸੇ ਦੇ ਅੰਡਰ ਕੰਮ ਕਰਨਾ ਬੜਾ ਮੁਸ਼ਕਿਲ ਪੈ ਜਾਏਗਾ। ਇਹ ਸਾਡੇ ਸੰਸਕਾਰ ਬਣ ਜਾਂਦੇ ਨੇ। ਇਸ ਚੀਜ਼ ਨੂੰ ਗੁਰੂ ਸਾਹਿਬਾਨ ਨੇ 461 ਅੰਗ ਉੱਪਰ ਬੜੇ ਸੋਹਣੇ ਢੰਗ ਨਾਲ ਦਿੱਤਾ ਆ। ਦਿਨ ਰਾਤ ਕਮਾਇੜੋ ਸੋ ਆਇਓ ਮੱਥੇ। ਮੈਂ ਦਿਨ ਰਾਤ ਜੋ ਵੀ ਕੰਮ ਕਰਦਾ ਹੈ ਨਾ, ਉਹ ਮੇਰੇ ਮੱਥੇ ਤੇ ਲਿਖਿਆ ਜਾਂਦਾ ਹੈ। ਜਿਹੜਾ ਮੱਥੇ ਉੱਪਰ ਲਿਖਿਆ ਨਾ, ਪੁਰਾਣੇ ਜ਼ਮਾਨੇ ਦਾ ਪਹਿਲਾਂ ਰੱਬ ਨੇ ਨਹੀਂ ਲਿਖ ਕੇ ਭੇਜਿਆ। ਜਦ ਤੁਸੀਂ ਕਹਿੰਦੇ ਰੱਬ ਨੇ ਲਿਖ ਕੇ ਭੇਜਿਆ ਵਾ, ਰੱਬ ਨੇ ਲਿਖ ਕੇ ਨਹੀਂ ਭੇਜਿਆ। ਜੋ ਮੈਂ ਕਮਾਇਆ ਵਾ, ਦਿਨ ਰਾਤ ਕਮਾਇੜੋ ਸੋ ਆਇਓ ਮੱਥੇ। ਜਿਸ ਪਾਸ ਲੋਕਾਇੰਦੜੋ ਸੋ ਵੇਖੀ ਸਾਥੈ। ਜਿੱਕੋ ਮੈਂ ਛੁਪਾ ਕੇ ਕਰ ਰਿਹਾ ਵਾ, ਉਹ ਮੇਰੇ ਅੰਦਰ ਬੈਠਾ ਦੇਖ ਰਿਹਾ ਵਾ। ਸੰਗ ਦੇਖੇ ਕਰਨੇ ਹਾਰਾ, ਕਾਏ ਪਾਪ ਕਮਾਈਏ। ਸੁਕ੍ਰਿਤ ਕੀਜੇ ਨਾਮ ਲੀਜੇ, ਨਰਕ ਮੂਲ ਨਾ ਜਾਈਏ। ਇਸ ਵਕਤ ਕਹਿ ਕੇ ਚੰਗੇ ਕੰਮ ਕਰ। 8 ਪੈਰ ਹਰ ਨਾਮ ਸਿਮਰੋ, ਚਲੇ ਤੇਰੇ ਸਾਥੇ। ਭਜ ਸਾਧ ਸੰਗਤ ਸਦਾ ਨਾਨਕ, ਮਿਟੇ ਦੁੱਖ ਕਮਾਤੇ। ਇਸ ਵਾਸਤੇ ਕਿਹਾ ਕਿ ਸਾਧ ਸੰਗਤ ਕੀ ਹੈ? ਗੁਰੂ ਦੀ ਸੰਗਤ। ਇੱਥੇ ਗੁਰੂ ਸਾਹਿਬ ਨੇ ਬੜਾ ਕਲੀਅਰ ਕਰ ਦਿੱਤਾ ਕਿ ਜੋ ਅਸੀਂ ਦਿਨ ਰਾਤ ਕੰਮ ਕਰਦੇ ਹਾਂ, ਉਹ ਸਾਡੇ ਪੂਰਬਲੇ ਕਰਮ ਬਣ ਜਾਂਦੇ ਨੇ। ਉਹ ਸਾਡੇ ਉੱਪਰ ਮੱਥੇ ਦੇ ਉੱਪਰ ਲਿਖੇ ਜਾਂਦੇ ਨੇ। ਉਹ ਸਾਨੂੰ ਅਗਲੀ ਜਿਹੜਾ ਸਾਡਾ ਟਾਈਮ ਆ, ਉਹ ਸਾਨੂੰ ਇਫੈਕਟ ਕਰਦੇ ਨੇ। ਸੋ 3 ਸਾਡੇ ਪੂਰਬਲੇ ਕਰਮ ਹੋ ਗਏ। ਇਹ ਤਿੰਨੋਂ ਪੂਰਬਲੇ ਕਰਮ ਜਿਹੜੇ ਨੇ, ਇਹ ਸਾਡੀ ਬੁੱਧੀ ਬਣਦੇ ਨੇ ਜਦੋਂ ਅਸੀਂ ਵਿਜ਼ਡਮ ਕਰਨੇ ਆ। ਔਰ ਜਿਹੜਾ ਸਾਡਾ ਬ੍ਰੇਨ ਹੈ, ਇਹ ਜਿਹੜਾ ਬ੍ਰੇਨ ਹੈ, ਇਹ ਇਟ ਇਜ਼ ਅ ਵੈਰੀ ਬਿਗ ਕੰਪਿਊਟਰ। ਇਹਦੀ ਜਿਹੜੇ ਹਾਰਡ ਡਿਸਕ ਦੇ ਉੱਪਰ ਨੇ, ਇਹ ਸਾਰੇ ਜਿੰਨੇ ਵੀ ਪੂਰਬਲੇ ਕਰਮ ਨੇ, ਇਹ ਇੰਪ੍ਰਿੰਟ ਹੋ ਜਾਂਦੇ ਨੇ। ਤੇ ਅਗਲੇ ਜਿਹੜਾ ਸਾਡਾ ਟਾਈਮ ਜਿਹੜਾ ਬੀਤਦਾ ਵਾ, ਉਹ ਉਸ ਵਿਜ਼ਡਮ, ਉਹਦੀ ਬੁੱਧੀ ਹੈ, ਉਹ ਸਾਡੀ ਇੰਟੈਲੈਕਟ ਬਣਦੀ ਹੈ। ਉਹਦੇ ਮੁਤਾਬਕ ਫਿਰ ਅਸੀਂ ਸਾਰੇ ਫੈਸਲੇ ਕਰਦੇ ਹਾਂ। ਉਹ ਸਾਡੀ ਜਿਹੜੀ ਜ਼ਿੰਦਗੀ ਬਣਦੀ ਹੈ ਸਾਰਾ ਦਾ ਸਾਰਾ। ਹੁਣ ਕੁਐਸਚਨ ਇਹ ਬਣਦਾ ਆ ਕਿ ਕੀ ਅਸੀਂ ਆਪਣੇ ਪੂਰਬਲੇ ਕਰਮ ਬਦਲ ਸਕਦੇ ਹਾਂ? ਇਹ ਸਭ ਤੋਂ ਵੱਡੀ ਗੱਲ ਹੈ ਕਿ ਕੀ ਅਸੀਂ ਪੂਰਬਲੇ ਕਰਮ ਬਦਲ ਸਕਦੇ ਹਾਂ? ਜਿਹੜੀ ਬੁੱਧੀ ਬਣਦੀ ਹੈ ਨਾ, ਵਿਜ਼ਡਮ, ਇਟ ਇਜ਼ ਆਲਸੋ ਆਫ ਟੂ ਟਾਈਪਸ, ਕੁਬੁੱਧੀ ਐਂਡ ਸੁਬੁੱਧੀ। ਦੇਖੋ ਗੁਰੂ ਸਾਹਿਬਾਂ ਦਾ ਸ਼ਬਦ ਹੁੰਦਾ ਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ,
ਨਿਵਲ ਭੰਗਮ ਸਾਦੇ ਬੜੇ ਪਾਠ ਕੀਤੇ, ਬੜੇ ਕੋਈ ਕਿਤਾਬ ਬੜੇ ਨਿੰਗ ਸਾਦੇ 5 ਦਿਨਾਂ ਸੰਗ ਸੰਗ ਨਾ ਛੁੱਟ ਕੇ ਅਨਕ ਅਹਮ ਬਹੁਤ ਬਾਦੇ ਇਹਦੇ ਕੰਮ ਕਰੋ ਲੋਕ ਤੋਂ ਫਿਰ ਵੀ ਛੁਟਕਾਰਾ ਨਹੀਂ ਹੋਇਆ। 5 ਦਿਨਾਂ ਸੰਗ ਨਾ ਛੁਟਕਾ ਅਨਕ ਅਹਮ ਬਹੁਤ ਬਾਦੇ ਫਿਰ ਕਹਿੰਦੇ ਕਿ ਪਿਆਰੇ ਇਹਨੇ ਵੀ ਮੇਰੇ ਨਾ ਜਾਈ ਮੈਂ ਕੀਏ ਕਰਮ ਮਨੇ ਕਹਾ। फिर आगे की क्या है कि हार पढ़ियो स्वामी के द्वारे दीजे बुद्ध विवेका, विवेक बुद्ध मंगी है सुबुद्धि और कुछ नहीं मंगया, विवेक बुद्धि बननी है। ते जिहड़ी कुबुद्धि है ਉਹਨੂੰ ਅਸੀਂ ਸੁਬੁੱਧੀ ਦੇ ਵਿੱਚ ਚੇਂਜ ਕਰ ਸਕਦੇ ਹਾਂ। ਸੁਬੁੱਧੀ ਨੂੰ ਕੁਬੁੱਧੀ ਵਿੱਚ ਚੇਂਜ ਕਰ ਸਕਦੇ ਹਾਂ ਕਿੱਦਾਂ? 302 ਅੰਕ ਉੱਪਰ ਚੌਥੇ ਪਾਤਸ਼ਾਹ ਦਾ ਸ਼ਬਦ ਹੁੰਦਾ ਆ, ਸਤਿਗੁਰ ਧਰਤੀ ਧਰਮ ਹੈ। ਸਤਿਗੁਰ ਧਰਤੀ ਧਰਮ ਹੈ। ਜਿਹੜਾ ਸਾਡਾ ਗੁਰੂ ਹੈ, ਸਤਿਗੁਰੂ ਹੈ, ਉਹ ਇੱਕ ਧਰਤੀ ਵਾਂਗੂ ਹੈ, ਧਰਮ ਦੀ ਜਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ। ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ। ਉਹ ਸਤਿਗੁਰ ਧਰਤੀ ਦੇ ਵਿੱਚੋਂ ਗੁਰਸਿੱਖਾਂ ਨੇ ਅੰਮ੍ਰਿਤ ਬੀਜਿਆ, ਉਹਨਾਂ ਨੂੰ ਅੰਮ੍ਰਿਤ ਫਲ ਮਿਲਿਆ। ਉਹਨਾਂ ਨੇ ਵਰਚੁਸ ਲੱਭੇ ਰੱਬ ਦੇ, ਉਹਨਾਂ ਨੂੰ ਵਰਚੁਸ ਮਿਲ ਗਏ। ਉਹਨਾਂ ਹਾਲਤ ਪਲਤ ਮੁਖ ਉਜਲੇ ਕੋਈ ਹਰ ਦਰਗਾਹ ਸੱਚੀ ਪਹਿਨਾਏ। ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ, ਉਹ ਜਿਹਾ ਬੀਜੈ ਤੇ ਆ ਫਲ ਖਾਏ। ਜਿਹੜਾ ਅੰਦਰ ਖੋਟ ਵਾ ਉਹਨਾਂ ਨੇ ਸਤਿਗੁਰ ਧਰਤੀ ਦੇ ਵਿੱਚ ਕੁਛ ਨਹੀਂ ਬੀਜਣਾ, ਉਹ ਖੋਟੇ ਹੀ ਰਹਿਣਗੇ। ਗੁਰੂ ਨਾਨਕ ਦੇਵ ਜੀ ਦੀ ਅੰਗ 4 ਉੱਪਰ ਆਪੇ ਬੀਜ ਆਪੇ ਹੀ ਖਾਓ। ਮਤਲਬ ਕਿ ਅਸੀਂ ਆਪਣੇ ਘਰੋਂ ਬਦਲ ਸਕਦੇ ਹਾਂ। ਵਿਖੇ ਬੀਜੈ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਇਹਦਾ ਮਤਲਬ ਕਿ ਅਸੀਂ ਆਪਣੇ ਮੁਤਾਬਕ ਬੀਜਣਾ ਬੀਜ ਕਰ ਸਕਦੇ ਹਾਂ। ਇਹ ਹੁਣ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਇਹਦੇ ਉੱਪਰ ਅਸੀਂ ਐਗਜ਼ਾਮਪਲ ਦਿੰਦੇ ਹਾਂ। ਗੁਰੂ ਨਾਨਕ ਦੇ 2 ਪੁੱਤਰ ਸੀ, ਦੋਨੋਂ ਦੇ ਦੋਨੋਂ ਬਾਕੀ ਹੋ ਗਏ। ਗੁਰੂ ਰਾਮਦਾਸ ਦੇ 3 ਪੁੱਤਰ ਨੇ, ਪ੍ਰਿਥੀ ਚੰਦ, ਮਹਾਦੇਵ, ਗੁਰੂ ਅਰਜਨ। ਇੱਕੋ ਘਰ ਪੈਦਾ ਹੋਏ ਨੇ, ਇੱਕੋ ਤਰ੍ਹਾਂ ਦੀ ਉਹਨਾਂ ਨੂੰ ਗੁਰੂ ਪਿਤਾ ਦੇ ਕੋਲੋਂ ਸਿੱਖਿਆ ਮਿਲੀ ਹੈ, ਇੱਕੋ ਘਰ ਵਿੱਚ ਰਹਿ ਰਹੇ ਨੇ, ਪਰ ਤਿੰਨਾਂ ਦੇ ਸੁਭਾਅ ਅਲੱਗ-ਅਲੱਗ ਨੇ। ਤਿੰਨਾਂ ਦੇ ਸੁਭਾਅ ਅਲੱਗ-ਅਲੱਗ ਨੇ। ਇਹਦੇ ਉੱਪਰ ਅਸੀਂ ਆਪਣੇ ਪੂਰਬਲੇ ਕਰਮ ਕਿੱਦਾਂ ਬਦਲ ਸਕਦੇ ਹਾਂ? ਨੰਬਰ 1 ਸੰਗਤ 631 ਅੰਕ ਉੱਪਰ ਪ੍ਰਸਾਦ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਗੁਰੂ ਦੀ ਸੰਗਤ ਜਦੋਂ ਅਸੀਂ ਕਰਾਂਗੇ, ਗੁਰੂ ਤੋਂ ਸਾਨੂੰ ਜਿਹੜਾ ਗਿਆਨ ਮਿਲੇਗਾ, ਰੱਬ ਦੇ ਵਰਚੁਸ ਮਿਲਣਗੇ, ਉਹਦੇ ਨਾਲ ਅਸੀਂ ਜੇ ਸਾਡੇ ਪੂਰਬਲੇ ਕਰਮਾਂ ਦੇ ਮੁਤਾਬਕ, ਜੋ ਅਸੀਂ ਆਪਣੇ ਸੰਸਕਾਰਾਂ ਦੇ ਮੁਤਾਬਕ, ਆਪਣੇ ਜਿਹੜੇ ਐਨਸੈਸਟਰਸ ਨੇ, ਆਪਣੇ ਫੋਰਫਾਦਰਸ, ਉਹਨਾਂ ਤੋਂ ਜਿਹੜੇ ਸਾਨੂੰ ਅਫੈਕਟ ਸਾਨੂੰ ਹੋ ਰਿਹਾ ਵਾ, ਅਸੀਂ ਆਪਣਾ ਸੁਭਾਅ ਬਦਲ ਸਕਦੇ ਹਾਂ। ਉਸ ਪਤਿਤ ਤੋਂ ਅਸੀਂ ਪੁਨੀਤ ਹੋ ਸਕਦੇ ਹਾਂ। ਜਿਹੜੇ ਸਾਡੇ ਅੰਦਰ ਰਿਸੈਸਿਵ ਜੀਨ ਸੀਗੇ, ਉਹਨਾਂ ਨੂੰ ਅਸੀਂ ਡੋਮੀਨੇਟ ਕਰ ਸਕਦੇ ਹਾਂ। ਹਰ ਇਨਸਾਨ ਦੇ ਅੰਦਰ ਘੱਟ ਘੱਟ ਮੇ ਹਰ ਜੂ ਬਸੇ ਸੰਤਨ ਕਿਉ ਪੁਕਾਰ। ਰੱਬ ਦੇ ਜਿਹੜੇ ਵਰਚੁਸ ਨੇ, ਗੁਣ ਨੇ, ਐਜ ਰਿਸੈਸਿਵ ਜੀਨਸ ਹਰ ਇੱਕ ਦੇ ਅੰਦਰ ਹੈਗੇ ਨੇ। ਪਰ ਜਿਹੜੇ ਡੋਮੀਨੈਂਟ ਜਿਹੜੇ ਜੀਨਸ ਨੇ, ਉਹ ਨੇ ਮੋਹ ਮਾਇਆ ਦੇ। ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਪਾਈ। ਇਹ ਮਾਇਆ ਮਮਤਾ ਤੋਂ ਪੈਦਾ ਹੋਈ ਹੈ, ਇਹ ਡੋਮੀਨੈਂਟ ਜੀਨਸ ਨੇ ਸਾਡੇ ਅੰਦਰ। ਪਰ ਜਿਹੜੇ ਰੱਬ ਦੇ ਗੁਣ ਨੇ, ਉਹ ਰਿਸੈਸਿਵ ਨੇ। ਉਹਨਾਂ ਨੂੰ ਅਸੀਂ ਕਿੱਦਾਂ ਪ੍ਰਗਟ ਕਰਨਾ ਹੈ? ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਸਾਧੂ ਸੰਗ ਵਿਸਾਰਿਓ। ਉਹ ਅਸੀਂ ਸਾਧੂ ਦੇ ਸੰਗ ਦੇ ਨਾਲ, ਗੁਰੂ ਦੀ ਸੰਗਤ ਨਾਲ। ਕਬੀਰ ਸਾਗਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ। ਕਬੀਰ ਕਹਿੰਦੇ ਨੇ ਕਿ ਸਾਗਤ ਦੀ ਸੰਗ ਨਾ ਕਰ, ਦੂਰੋਂ ਹੀ ਭੱਜ ਜਾ। ਇੱਕ ਇਹਦੀ ਐਗਜ਼ਾਮਪਲ ਦੇਣਾ ਆ, ਟਾਈਮ ਉਸੇ ਕਾਫੀ ਹੋ ਗਿਆ, ਪਰ ਮੈਂ ਹੁਣ ਲੱਗੇ ਰਵਾਂ ਵੀ ਜਿਹਦਾ ਇੱਕ ਪਾਣੀ ਦੀ ਬੂੰਦ ਹੈ, ਅਸਮਾਨ ਤੋਂ ਗਿਰੀ ਹੈ। ਉਹ ਪਾਣੀ ਦੀ ਬੂੰਦ ਚਾਤਰਿਕ ਦੇ ਮੂੰਹ 'ਚ ਪੈ ਗਈ। ਹੁਣ ਸੰਗਤ ਦੀ ਗੱਲ ਹੋ ਰਹੀ ਹੈ। ਉਹ ਚਾਤਰਿਕ ਦੇ ਮੂੰਹ 'ਚ ਪੈ ਗਈ ਤਾਂ ਉਹਨੇ ਜੀਵਨ ਦਾਨ ਦੇ ਦਿੱਤਾ।
ਉਹੀ ਪਾਣੀ ਦੀ ਬੂੰਦ ਅੱਗੇ ਗੰਦੇ ਗਟਰ 'ਚ ਪੈ ਗਈ ਤੇ ਬਰਬਾਦ ਹੋ ਗਈ, ਕਿਉਂਕਿ ਸੰਗਤ ਗੰਦੀ ਸੀਗੀ। ਜੇ ਉਹ ਗਰਮ ਤਵੇ ਦੇ ਉੱਪਰ ਪੈ ਗਈ ਤੇ ਉਹ ਭਾਫ ਬਣ ਕੇ ਉੱਡ ਗਈ। ਕਿਸੇ ਗਰਮ ਸੁਭਾਅ ਦੇ ਨਾਲ ਸਾਡਾ ਹੋ ਗਿਆ ਤਾਂ ਅਸੀਂ ਉਹਦੇ ਵਰਗੇ ਬਣ ਜਾਵਾਂਗੇ, ਸਾਡੀ ਫਿਤਰਤ ਖਤਮ ਹੋ ਜਾਏਗੀ। ਤੇ ਜੇ ਉਹੀ ਜਿਹੜੀ ਬੂੰਦ ਵਾ ਕਿਸੇ ਪੱਤੇ ਦੇ ਉੱਪਰ ਪੈ ਗਈ, ਕਿਸੇ ਲੀਫ ਦੇ ਉੱਪਰ ਪੈ ਗਈ, ਤੇ ਜਦੋਂ ਸੂਰਜ ਚਮਕਿਆ ਤਾਂ ਉਹ ਮੋਤੀ ਵਾਂਗੂ ਚਮਕੇਗੀ, ਉਹ ਮੋਤੀ ਬਣ ਜਾਏਗੀ, ਮੋਤੀ ਵਾਂਗ ਚਮਕੇਗੀ। ਸੰਗਤ ਦਾ ਇਹ ਛੋਟਾ ਜਿਹਾ ਇੱਕ ਐਗਜ਼ਾਮਪਲ ਹੈ। ਇੱਕ ਮੈਂ ਸ਼ਬਦ ਪੜ੍ਹਿਆ ਪੰਜਵੇਂ ਪਾਤਸ਼ਾਹ ਦਾ 204 ਅੰਕ ਉੱਪਰ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਰਿਸੈਸਿਵ ਜੀਨ ਦੇ ਬਾਰੇ ਗੱਲ ਹੋ ਰਹੀ ਹੈ ਇੱਥੇ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਅੰਕੁਰ ਕੀ ਹੁੰਦਾ ਕਿ ਜਦੋਂ ਇੱਕ ਸੀਡ ਵਾ, ਸੀਡ ਇਜ਼ ਰਿਸੈਸਿਵ ਜੀਨ, ਪਿਆ ਆ, ਇਟ ਇਜ਼ ਆਫ ਨੋ ਯੂਜ਼। ਪਰ ਜਦੋਂ ਉਹਦੇ ਉੱਪਰ ਪਾਣੀ ਪਾਇਆ ਗਿਆ, ਉਹਨੂੰ ਉਹਦੇ ਵਿੱਚ ਦਬਾਇਆ ਗਿਆ ਤੇ ਉਹਦੇ ਵਿੱਚ ਇੱਕ ਅੰਕੁਰ ਫੁੱਟਿਆ, ਪੌਦਾ ਬਣਿਆ। ਇਸੇ ਤਰੀਕੇ ਦੇ ਨਾਲ ਮੇਰੇ ਅੰਦਰ ਰਿਸੈਸਿਵ ਜੀਨ ਸੀਗੇ, ਹਰੇਕ ਦੇ ਅੰਦਰ ਹੈ। ਰੱਬ ਦੀ ਵਰਚੁਸ ਤੇ ਘਟ ਮੇ ਹਰਜੂ ਬਸੇ ਸੰਤਨ ਕਿਉਂ ਪੁਕਾਰ। ਪਰ ਜਦੋਂ ਮੈਂ ਸਾਧੂ ਨੂੰ ਮਿਲਿਆ, ਜਦੋਂ ਮੈਂ ਰੱਬ ਨੂੰ, ਜਦੋਂ ਮੈਂ ਗੁਰੂ ਨੂੰ ਮਿਲਿਆ, ਉਹਦੇ ਕੋਲੋਂ ਮੈਂ ਉਹਦੀ ਨੌਲੇਜ, ਉਸ ਤੋਂ ਮੈਂ ਸੁਬੁੱਧੀ ਲਈ। ਮਿਟਿਓ ਅੰਧੇਰ, ਜਿਹੜਾ ਅੰਧੇਰਾ ਸੀ, ਜਿਹੜਾ ਮੇਰੇ ਅੰਦਰ ਅਗਿਆਨਤਾ ਦਾ, ਉਹ ਖਤਮ ਹੋ ਗਿਆ। ਔਰ ਮੇਰੇ ਅੰਦਰ ਜਿਹੜੇ ਜਨਮ ਦੀ ਸੋਈ ਹੋਈ, ਉਹ ਰਿਸੈਸਿਵ ਪਈ ਹੋਈ ਸੀਗੀ। ਜਨਮ ਇੱਥੇ ਨਹੀਂ ਕਿ ਪਿਛਲੇ ਕੀ ਜਨਮਾਂ ਤੋਂ ਮੈਂ ਕਈ ਵਾਰੀ ਅਧਿਆਤਮਕ ਤੌਰ ਤੇ ਮਰ ਚੁੱਕਾ ਆ, ਕਰੋੜਾਂ ਵਾਰੀ। ਉਹ ਮੇਰੇ ਅੰਦਰ ਜੋ ਉਹ ਅੰਦਰ ਇੱਕ ਸੀਗੀ ਪਈ ਹੋਈ ਸੀ ਰੱਬ ਦਾ, ਉਹਦਾ ਅੰਕੁਰ ਫੁੱਟ ਗਿਆ, ਉਹ ਪ੍ਰਗਟ ਹੋ ਗਿਆ। ਇਹਦਾ ਮਤਲਬ ਕਿ ਅਸੀਂ ਆਪਣੇ ਗੁਰੂ ਦੇ ਕੋਲੋਂ ਸਿੱਖਿਆ ਲੈ ਕੇ ਆਪਣੇ ਕਰਮ ਬਦਲ ਸਕਦੇ ਹਾਂ। ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਹੈ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਬਸਰਾ। ਇਹ ਜਿਹੜੇ ਇਹ ਗੁਰੂ ਦੇ ਜਿਹੜੇ ਗੁਣ ਨੇ ਸਾਡੇ ਅੰਦਰ ਨੇ, ਪਰ ਅਸੀਂ ਉਹਨਾਂ ਨੂੰ ਪ੍ਰਗਟ ਕਰਨਾ ਆ। ਹੁਣ ਅਸੀਂ ਇਸ ਚੀਜ਼ ਨੂੰ ਧਿਆਨ ਦਈਏ ਕਿ ਸਾਡੇ ਵਿੱਚ ਇਹ ਸ਼ਕਤੀ ਹੈ, ਹਰ ਇਨਸਾਨ ਦੇ ਵਿੱਚ, ਕਿ ਅਸੀਂ ਆਪਣੇ ਗਿਆਨ, ਅੰਤਰਾਤਮਾ ਅਤੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਰੱਬ ਨਾਲ ਇੱਕ ਹੋਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੇ ਅਸੀਂ ਮਾਇਆ ਦੇ ਸ਼ਿਕਾਰ ਹੋ ਕੇ ਗਲਤ ਰਸਤੇ ਪਰ ਚੱਲਦੇ ਰਹੀਏ ਤੇ ਇਹਦੇ ਵਿੱਚ ਸਾਡਾ ਹੀ ਦੋਸ਼ ਹੈ, ਰੱਬ ਦਾ ਦੋਸ਼ ਨਹੀਂ। ਫਿਰ ਅਸੀਂ ਕਰਤੂਤ ਪਸ਼ੂ ਕੀ ਮਾਨਸ ਜਾਤ। ਕਨਕਲੂਜਨ, ਜਿਹੜੀ ਗੁਰਮਤ ਹੈ, hand in hand with science. There is no heaven, no hell. Mukti is now. Jivan mukt so akhiye, mar jive marya. There is no previous life and there is no purvale karam attached to it. Sade purvale karam hage ne, which have been passed on to through genes during evolution, through genes of our ancestors. ਔਰ ਸਾਡੇ ਜਿਹੜੇ ਸੰਸਕਾਰ ਨੇ ਉਹ ਸਾਨੂੰ ਅਫੈਕਟ ਕਰਦੇ ਨੇ। ਪਰ ਅਸੀਂ ਉਹਨਾਂ ਜਿਹੜੇ ਸੰਸਕਾਰ ਨੇ, ਉਹ ਜਿਹੜੇ ਜੀਨਸ ਨੇ, ਜਿਹੜੇ ਸਾਨੂੰ ਅਫੈਕਟ ਕਰ ਰਹੇ ਨੇ, ਅਸੀਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਜੇ ਮੇਰੇ ਵਿੱਚ ਜੀਨਸ ਨੇ ਡਾਇਬੀਟਿਸ ਦੇ, ਮੇਰੇ ਪੇਰੈਂਟਸ ਦੇ ਥਰੂ, ਮੈਂ ਆਪਣੇ ਆਪ ਨੂੰ ਡਾਇਬੀਟਿਸ ਤੋਂ ਬਚਾ ਸਕਦਾ ਹਾਂ ਜੇ ਮੈਂ ਆਪਣੀ ਡਾਇਟ ਕੰਟਰੋਲ 'ਚ ਰੱਖਾਂ, ਐਕਸਰਸਾਈਜ਼ ਕਰਾਂ। ਅਸੀਂ ਕੰਟਰੋਲ ਕਰ ਸਕਦੇ ਹਾਂ। So we can change ourselves. ਜੇ ਅਸੀਂ ਨਹੀਂ ਚੇਂਜ ਕਰਦੇ ਤੇ ਸਾਡੇ ਵਿੱਚ ਔਰ ਪਸ਼ੂਆਂ ਦੇ ਵਿੱਚ ਕੋਈ ਫਰਕ ਨਹੀਂ ਹੈ। ਇਹਦੇ ਨਾਲ ਜੋ ਕੋਈ ਗਲਤ ਗੱਲ ਕਹੀ ਗਈ ਹੋਵੇ ਜ਼ਰੂਰ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।